ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ ਤੇ ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਮੀਂਹ ਨੇ ਤਾਂ ਅੱਜ ਕਮਾਲ ਕਰਤੀ, ਮਜ਼ਾ ਆ ਗਿਆ। ਤੁਸੀਂ ਲੇਟ ਵੀ ਹੋ ਗਏ ਕਮਾਲ ਦੇ ਵਿੱਚ। ਮੇਰਾ ਤਾਂ ਮੀਂਹ ਦੇਖਦੇ ਸੀ ਖੜ ਕੇ। ਹਾਂ, ਮੈਂ ਮੀਂਹ ਦੇਖਦਾ ਸੀ। ਐਕਚੁਅਲੀ ਮੈਨੂੰ ਵੇਟ ਕਰਨਾ ਪਿਆ, ਮੈਂ ਕਿਤੇ ਭੇਜ ਨਾ ਜਾਵਾਂ, ਇਸ ਕਰਕੇ ਥੋੜਾ ਵੇਟ ਕਰਨਾ ਪਿਆ। ਆਇਆ ਮੈਂ ਅੱਜ ਬਾਈਕ ਤੇ ਆ, ਮੈਂ ਕਿਹਾ ਚੱਲ ਮੌਸਮ ਦਾ ਲੁਤਫ ਲੈਂਦੇ ਹਾਂ, ਖੁੱਲੀਆਂ ਹਵਾਵਾਂ। ਮੈਨੂੰ ਕੀ ਪਤਾ ਸੀ ਅੱਗੋਂ ਮੀਂਹ ਟੱਕਰ ਪੈਣਾ ਤੇ ਮੈਨੂੰ ਫਿਰ ਖੜਾ ਹੋਣਾ ਪਿਆ। ਇੱਕਦਮ ਆ ਗਿਆ, ਵੈਸੇ ਸਾਨੂੰ ਲੱਗਦਾ ਨਹੀਂ ਸੀ ਕਿ ਪਏਗਾ, ਪਰ ਚਲੋ ਮੌਸਮ ਸੋਹਣਾ ਹੋ ਗਿਆ, ਸੁਹਾਵਣਾ। ਤੇ ਆਪਾਂ ਹੈਟਸ ਆਫ ਕਰਦੇ ਹਾਂ ਮੌਸਮ ਵਿਭਾਗ ਨੂੰ ਕਿ ਸਾਨੂੰ ਸਹੀ ਜਾਣਕਾਰੀ ਦਿੱਤੀ ਹੈ। ਇਸ ਵਾਰ ਤਾਂ ਮੌਨਸੂਨ ਦਿੱਲੀ ਤੋਂ ਹੋ ਕੇ ਤਾਂ ਨਹੀਂ ਆਈ, ਸਿੱਧੀ ਆ ਗਈ ਹੈ। ਨਹੀਂ, ਹਿੱਟ ਦਿੱਲੀ ਤੋਂ ਹੀ ਹੋਇਆ ਜੀ। ਮੈਂ ਤਾਂ ਬੜੇ ਪ੍ਰੋਪਰ ਚੈਨਲ ਦੇ ਨਾਲ ਆਈ ਹੈ। ਓਕੇ, ਪ੍ਰੋਟੋਕੋਲ ਫੋਲੋ ਕਰਦੀ ਆ। ਸੋ ਪ੍ਰੋਟੋਕੋਲ ਕਹਿੰਦਾ ਜੀ ਕਿ ਸੌਖਾ ਨਹੀਂ ਹੋਵੇਗਾ ਰਸੂਖਦਾਰਾਂ ਨੂੰ ਹੱਥ ਪਾਉਣਾ ਪੰਜਾਬ ਗੌਰਮੈਂਟ ਦੇ ਲਈ, ਕਿਉਂਕਿ ਮੁਹਿੰਮ ਛੇੜੀ ਹੋਈ ਆ ਕਿ ਆਪਾਂ ਕਰਪਸ਼ਨ ਫਰੀ ਸਟੇਟ ਕਰਨੀ ਹੈ। ਤੇ ਫਿਰ ਜਿਹੜੇ ਰਸੂਖਦਾਰ ਨੇ, ਹੁਣ ਇਹ ਰਸੂਖਦਾਰ ਕੌਣ ਨੇ ਜਿਨ੍ਹਾਂ ਨੂੰ ਹੱਥ ਪਾਉਣਾ ਸੌਖਾ ਨਹੀਂ, ਇਹ ਮਸਲਾ ਡਿਸਕਸ਼ਨ ਦਾ। ਕਹਿੰਦੇ ਹੁੰਦੇ ਨਾ, ਮੂਹਣਿਆਂ 'ਚ ਸਿਰ ਦਿੱਤਾ ਤਾਂ ਫਿਰ ਕੋਲਿਆਂ ਦਾ ਕੀ ਡਰ। ਸਹੀ ਹੈ। ਜੋ ਤੁਸੀਂ ਲੜਨ ਨਹੀਂ ਲੱਗ ਪਏ, ਫਿਰ ਜਦੋਂ ਬਾੜੀ ਗਏ ਕੋਲੇ ਵਾਲੇ ਖਦਾਨ ਦੇ ਵਿੱਚ, ਫਿਰ ਕਾਲਾ ਰੰਗ ਤੇ ਲੱਗਣਾ ਹੀ ਆ। ਨੱਚਣ ਲੱਗ ਪਏ ਤੇ ਘੁੰਡ ਕਾਹਨੂੰ ਕੱਢਣਾ। ਵਾਕਈ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ। ਤੇ ਖੁੱਲ ਕੇ ਨੱਚੋ, ਖੁੱਲ ਕੇ ਨੱਚੋ। ਇਹ ਔਖਾ ਤਾਂ ਹੈਗਾ। ਦੇਖੋ, ਰਸੂਖਦਾਰਾਂ ਨੂੰ ਹੱਥ ਪਾਉਣਾ, ਮਤਲਬ ਇਹ ਜਿਹੜੀ ਅੱਜ ਤੁਸੀਂ ਹੈਡਲਾਈਨ ਲਈ ਆ ਨਾ, ਇਹ ਬਿਲਕੁਲ ਸਟੀਕ ਆ। ਸਾਧੂ ਸਿੰਘ ਧਰਮਸੋਤ, ਖਿਲਜੀਆਂ, ਫਿਰ ਆਸ਼ੂਤੋਸ਼, ਜਿਹੜੇ ਪੁਰਾਣੇ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਖਿਡਾਰੀ ਨੇ, ਪੁਰਾਣੇ ਖਿਡਾਰੀ ਰਹਿ ਚੁੱਕੇ ਨੇ। ਫਿਰ ਬੜੇ ਸਾਰੇ ਹੋਰ ਮਿਨਿਸਟਰ ਨੇ ਜਿਨ੍ਹਾਂ ਦੇ ਨਾਮ ਆਉਂਦੇ ਨੇ, ਔਰ ਨਾਮਾਂ ਦੇ ਪਿੱਛੇ ਹੋਰ ਨਾਮ ਵੀ ਜੁੜਦੇ ਨੇ। ਕਦੇ ਕਿਸੇ ਦਾ ਚਾਚਾ, ਕਦੇ ਕਿਸੇ ਦਾ ਭਤੀਜਾ, ਤੇ ਕਦੇ ਕਿਸੇ ਦਾ ਮਤਲਬ ਇੱਦਾਂ ਰਿਸ਼ਤੇਦਾਰੀ, ਆਪਣਾ ਹੀ ਪਰਿਵਾਰ ਆ ਉਹ। ਫਿਰ ਤੁਸੀਂ ਅਕਸਰ ਨੋਟ ਕੀਤਾ ਹੋਵੇ, ਇਹਨਾਂ ਦੇ ਨਿਆਣੇ ਨਾ ਕੁਝ ਕਰਦੇ ਨਹੀਂ ਹੈਗੇ, ਪਰ ਫਿਰ ਵੀ ਯਾਰ ਉਹਨਾਂ ਕੋਲੇ ਰੇਂਜ ਰੋਵਰਾਂ ਹੁੰਦੀਆਂ, ਕਾਲੇ ਰੰਗ ਦੀਆਂ ਇੰਡੈਵਰਾਂ ਹੁੰਦੀਆਂ ਆ। ਤੁਸੀਂ ਚੰਡੀਗੜ੍ਹ ਸੈਕਟਰ ਗੜੀ ਰੂਟ ਤੇ ਚਲੇ ਜਾਓ, ਕਦੇ ਤੁਹਾਨੂੰ ਕਿਸੇ ਦਾ ਪੋਤਾ, ਕਿਸੇ ਦਾ ਭਤੀਜਾ, ਉਹਨਾਂ ਕੋਲੇ ਐਡੀ ਸ਼ੌਹਰਤ ਮੈਨੂੰ ਇਹ ਨਹੀਂ ਸਮਝ ਆਉਂਦਾ ਕਿੱਥੋਂ ਆ ਜਾਂਦੀ ਹੈ। ਮਤਲਬ ਸ਼ਾਨੋ ਸ਼ੌਕਤ ਕਿੱਥੋਂ ਆ ਜਾਂਦੀ ਹੈ ਨਾ। ਉਹ ਹੁਣ ਆਪ ਅਸੀਂ ਗੱਡੀ ਵੀ ਕੱਢਣੀ ਹੋਵੇ ਤਾਂ ਬੜਾ ਸੋਚਦੇ ਹੁੰਦੇ ਕਿ ਯਾਰ ਇੱਥੋਂ ਤਲਾ ਲੈ ਕੇ ਤੇ ਐਡਾ ਤੇਲ ਹੋ ਜਾਣਾ, ਸੈਲਰੀ 'ਚੋਂ ਇੰਨੇ ਪੈਸੇ ਸਾਨੂੰ ਤੇਲ ਤੇ ਲਾਉਣੇ ਪੈਣੇ ਆ। ਇੰਡੈਵਰ ਨੂੰ ਲੈ ਕੇ ਇਹ ਸਾਰਾ ਦਿਨ ਘੁੰਮਦੇ ਆ, ਸਾਰਾ ਖਤਮ ਨਹੀਂ ਕਰਦੇ, ਤੇ ਸਾਨੂੰ ਪਤਾ ਉਹ ਕਿੰਨਾ ਤੇਲ ਖਾਂਦੀ ਆ। ਇੱਦਾਂ ਰੇਂਜ ਰੋਵਰ ਕਿੱਥੋਂ ਆ ਜਾਂਦੀ ਪਹਿਲਾਂ, ਤੇ ਇਹ ਬੜਾ ਇੱਕ ਸਵਾਲੀਆ ਨਿਸ਼ਾਨ ਆ। ਕਿਉਂਕਿ ਚਾਚਾ ਹੀ ਇਕੱਲਾ ਹੁੰਦਾ, ਬਾਕੀ ਸਾਰੇ ਤਾਂ ਕੋਈ 2 ਕਿੱਲੇ ਆ, ਕਿਸੇ ਦੇ 3 ਕਿੱਲੇ ਆ, ਬਾਅਦ ਤੋਂ ਵਿੱਚ ਉਹ ਪਤਾ ਨਹੀਂ ਉਹ 7-7 ਕਿੱਲੇ, 10-10 ਕਿੱਲੇ ਵੀ ਹੋ ਜਾਂਦੇ ਆ। ਇੱਦਾਂ ਹੋ ਜਾਣੇ ਸ਼ੁਰੂ ਹੋ ਜਾਂਦੇ ਆ। ਹੁਣ ਆਪਾਂ ਸ਼ੁਰੂਆਤ ਸਿਰਫ ਤੇ ਸਿਰਫ ਉਹ ਤੋਂ ਘਟਾਲੇ ਤੋਂ ਕਰ ਦਿੰਦੇ, ਜਿਹੜਾ ਆਪਾਂ ਕਹਿੰਦੇ ਆ ਕਿ ਸਕਾਲਰਸ਼ਿਪ ਘਟਾਲਾ, SC ਪੋਸਟ ਮੈਟ੍ਰਿਕ ਸਕਾਲਰਸ਼ਿਪ ਘਟਾਲਾ, ਜਿਹੜਾ ਉਹ ਤੋਂ ਗੱਲ ਕਰਦੇ ਆ। ਠੀਕ ਹੈ ਜੀ। ਕਿਹਾ ਜਾ ਰਿਹਾ ਸੀ ਕਿ 63.91 ਕਰੋੜ ਦਾ ਘਟਾਲਾ ਆ ਇਹ। ਹੁਣ ਇਹ ਉਹ ਘਟਾਲਾ ਆ ਜਿਹਦੀ ਆਪਾਂ ਪਹਿਲਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਇਹ ਸਾਧੂ ਸਿੰਘ ਧਰਮਸੋਤ ਦੀਆਂ ਨਜ਼ਦੀਕੀਆਂ ਜਿਹੜੀਆਂ ਸੀਗੀਆਂ, ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਹਨਾਂ ਦੇ ਨਾਲ ਬਹੁਤ ਰਹੀਆਂ, ਔਰ ਉਹਨਾਂ ਨੇ ਆਪ ਇਹਦੇ ਵਿੱਚ ਪੈ ਕੇ ਇਹਦੀ ਇਨਕੁਆਇਰੀ ਕਰਾਈ ਤੇ ਕਲੀਨ ਚਿੱਟ ਦੇ ਦਿੱਤੀ। ਹਾਂਜੀ, ਤੁਸੀਂ ਲੈ ਲਓ ਵੀ ਅਗਲੇ ਕੋਲ ਐਡਾ ਰਸੂਖ ਆ। ਕਿਆ ਹੋਵੇ ਕੈਪਟਨ ਅਮਰਿੰਦਰ ਅੱਜ ਕੱਲ੍ਹ ਤੇ ਉਹਨਾਂ ਨੇ ਸਿਰੇ ਦੀ ਚੋਟੀ ਦੀ ਧਾਰ ਦੇ ਨਾਲ ਕਹਿੰਦੇ ਜੀ ਹੱਥ ਬਣਾ ਲਿਆ ਆ, ਤੇ ਉਹ ਹੋਵੇ ਤੇ ਫਿਰ ਉਹਦੇ ਨਾਲ ਤੁਸੀਂ ਪੰਗਾ ਲੈਣਾ ਹੋਵੇ, ਤੇ ਜਾਂ ਫਿਰ ਉਹਦੇ ਨਾਲ ਤੁਸੀਂ ਕਰਨਾ ਹੋਵੇ, ਫਿਰ ਡਰ ਤੇ ਹੁੰਦਾ ਹੀ ਆ। ਡਰ ਤੇ ਹੁੰਦਾ। ਦੇਖੋ ਨਾ, ਰਸੂਖਦਾਰ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਨਾਮ ਵੀ ਖੱਟਿਆ ਤੇ ਨਾਲ ਪੈਸਾ ਵੀ ਕਮਾਇਆ ਤੇ ਨਾਲ ਇੰਨੀ ਪਹੁੰਚ ਹੈਗੀ ਆ ਕਿ ਉਹ ਲੌਬੀ ਬਣਾ ਸਕਦੇ ਨੇ ਅਫਸਰਾਂ ਦੀ, ਕਿਹੜਾ ਕਿੱਥੇ ਫਿੱਟ ਕਰਨਾ, ਕਿਹੜਾ ਕਿੱਥੋਂ ਟਰਾਂਸਫਰ ਕਰਨਾ, ਕਿਤੋਂ ਕੀ ਕੰਮ ਲੈਣਾ, ਕਿਤੋਂ ਕੰਮ ਕੀ ਨਹੀਂ ਲੈਣਾ। ਨੰਬਰ 2, ਉਹ ਜਿਹੜੇ ਵੱਡੇ ਬਿਜ਼ਨਸਮੈਨ ਨੇ, ਉਹਨਾਂ ਨਾਲ ਕਾਰਪੋਰੇਟ ਸੈਕਟਰ ਨਾਲ ਵੀ ਉਹਨਾਂ ਦੇ ਕਾਫੀ ਵਧੀਆ ਰਿਲੇਸ਼ਨਸ ਹੁੰਦੇ ਨੇ ਕਿ ਪਾਰਟੀ ਫੰਡ ਕਿੱਥੋਂ ਲੈਣਾ, ਇਹਨੂੰ ਕਿੱਦਾਂ ਬੈਨੀਫਿਟ ਦੇਣਾ, ਸਿੱਧੇ ਤੌਰ 'ਤੇ ਅਸਿੱਧੇ ਤੌਰ 'ਤੇ, ਇਹ ਵੀ ਹੁੰਦਾ। ਤੀਜਾ ਹੁੰਦਾ ਕਿ ਉਹਨਾਂ ਨੂੰ ਜਿਹੜੇ ਵੱਡੇ ਪੋਲੀਟੀਸ਼ੀਅਨਸ ਨੇ, ਖਿਡਾਰੀ ਨੇ ਪੁਰਾਣੇ ਵੀ, ਉਹਨਾਂ ਨੂੰ ਨਚਾਉਣਾ ਕਿਵੇਂ ਆਪਣੀਆਂ ਉਂਗਲਾਂ ਦੇ ਉੱਤੇ। ਔਰ ਜਦੋਂ ਵੀ ਤੁਹਾਨੂੰ ਪਤਾ ਹੋਵੇ, ਜਦੋਂ ਕੋਈ ਪੋਲੀਟੀਸ਼ੀਅਨ ਇੱਦਾਂ ਦੇ ਕੰਮ ਕਰਦਾ, ਉਹ ਵੀ ਮੰਜਿਆ ਹੋਇਆ ਪੋਲੀਟੀਸ਼ੀਅਨ ਕੰਮ ਕਰੇ, ਤਾਂ ਉਹ ਕਹਿੰਦੇ ਹੁੰਦੇ ਨੇ ਕੱਚੀਆਂ ਗੋਲੀਆਂ ਨਹੀਂ ਖੇਡਦਾ, ਉਹ ਫਿਰ ਪੱਕੀਆਂ ਗੋਲੀਆਂ ਖੇਡਦਾ ਆ। ਉਹਨਾਂ ਪੱਕੀਆਂ ਗੋਲੀਆਂ, ਹਾਂ, ਮਤਲਬ ਉਹਦੇ ਲਈ ਕੋਈ ਆਪਾਂ ਕਹੀਏ ਬਲੈਕ ਸਪੌਟ ਦੇ ਵਿੱਚ ਕੋਈ ਹੁੰਦਾ ਹੀ ਨਹੀਂ ਆ। ਬਿਲਕੁਲ ਨਹੀਂ ਹੁੰਦਾ। ਮਿਸਾਲ ਹੈ ਕੋਈ ਬਲੈਕ ਸਪੌਟ ਲੱਭ ਕੇ ਦਿਖਾ ਦੇਵੇ। ਔਰ ਫਿਰ ਇਸੇ ਚੱਕਰ ਦੇ ਵਿੱਚ ਸੰਜੀਵ ਜੀ ਉਹ ਬਹੁਤ ਔਖਾ ਹੈ ਉਹਨਾਂ ਦੇ ਨਾਲ ਕੰਮ ਕਰਨਾ, ਕਿਉਂਕਿ ਫਿਰ ਜਦੋਂ ਅਸੀਂ ਤੰਤਰ ਬੰਤਰ ਦੀ ਗੱਲ ਕਰਦੇ ਹਾਂ, ਆਮ ਸਾਡੇ ਬਜ਼ੁਰਗਾਂ ਤੋਂ ਸੁਣੇ ਹੁੰਦੇ ਵੀ ਕਹਿੰਦੇ ਹੁੰਦੇ ਨਾ ਵੀ ਉੱਤੋਂ ਲੈ ਕੇ ਥੱਲੇ ਤੱਕ ਪਈਏ ਸਾਰੇ ਇੱਕੋ ਜਿਹੇ ਆ। ਉਹ ਚੀਜ਼ਾਂ ਜਿਹੜੀਆਂ ਨੇ ਨਾ, ਉਹ ਇੱਥੇ ਬਹੁਤ ਜ਼ਰੂਰੀ ਹੈ ਸਮਝਣੀਆਂ। ਰੱਜ ਕੇ ਕਰਪਸ਼ਨ ਕਰੋ, ਫਿਰ ਉਹਨੂੰ ਜਸਟੀਫਾਈ ਵੀ ਕਰੋ ਕਿ ਮੈਂ ਜੋ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ, ਔਰ ਕਾਗਜ਼ ਪੱਤਰਾਂ ਦਾ ਢਿੱਡ ਪੂਰਾ ਭਰ ਦਿਓ ਤਾਂ ਕਿ ਕਿਸੇ ਪਾਸਿਓਂ ਕੋਈ ਫੜਿਆ ਨਾ ਜਾਵੇ। ਭਾਵੇਂ ਇਨਕੁਆਇਰੀ ਤੁਸੀਂ 5 ਸਾਲ ਬਾਅਦ ਕਰੋ, ਭਾਵੇਂ 1 ਸਾਲ ਬਾਅਦ ਕਰੋ, ਪਿੱਛੋਂ ਤੱਕ ਸਾਰੇ ਕਾਗਜ਼ ਪੱਤਰ ਪੂਰੇ। ਮਜ਼ਾਲ ਹੈ ਕੋਈ ਫੜ ਕੇ ਦਿਖਾ ਦੇਵੇ ਕਿਤੇ ਕਰਪਸ਼ਨ ਹੋਈ ਸੀ, ਤੇ ਕਲੀਨ ਚਿੱਟ ਦੇਣ ਵਾਲੇ ਵੀ ਆਪਣੇ ਆਪਾਂ ਕਲੀਨ ਚਿੱਟ ਲੈ ਹੀ ਲੈਣੀ ਆ। ਸੋ ਗੱਲ ਇਹ ਆ, ਪਬਲਿਕ ਨੂੰ ਸਭ ਕੁਝ ਸਮਝ ਆ ਰਹੀ ਹੈ, ਪਰ ਕੋਈ ਸਬੂਤ ਨਹੀਂ, ਕੋਈ ਗਵਾਹ ਨਹੀਂ, ਕਲੀਨ ਚਿੱਟ ਮਿਲ ਗਈ। ਤੇ
ਆ ਜਿਹੜੀਆਂ ਤੁਸੀਂ ਕਹਿੰਦੇ ਹੋ ਵੱਡੀਆਂ ਵੱਡੀਆਂ ਗੱਡੀਆਂ ਉਹ ਵੀ ਉਹਨਾਂ ਦੀਆਂ। ਹੁਣ ਪੈਟਰੋਲ ਜਿਹੜਾ ਪੈਂਦਾ ਉਹ ਵੀ ਸ਼ਾਇਦ ਅਸੀਂ ਉਹ ਪਵਾਉਂਦੇ ਆ ਕਿ ਸਾਡੀ ਜਿਹੜੀ ਟੈਕਸ ਮਨੀ ਆ ਉਹ 'ਚ ਵੀ ਪੈਟਰੋਲ ਹੁੰਦਾ, ਕਿਉਂਕਿ ਕਰਪਸ਼ਨ ਤਾਂ ਸਾਰੇ ਮਿਲ ਕੇ ਮੈਨੂੰ ਕਰਦੇ ਯਾਦ ਨੇ। ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀਗੀ, ਸ਼੍ਰੋਮਣੀ ਗੁਰਦੁਆਰਾ ਦੀ ਆਪਾਂ ਕਹਿੰਦੇ ਆ ਕਿ ਨਾਲ ਬੜਾ ਇਹਨਾਂ ਦਾ ਮਿਲਦਾ ਜੁਲਦਾ ਕੰਮ ਸੀਗਾ। ਉਸ ਸਮੇਂ ਨਾ ਇੱਕ ਅਖਬਾਰ ਨੇ ਨਾ ਇਹਨਾਂ ਦਾ ਜਿਹੜੇ ਤੇਲ ਖਰਚਾ ਸੀਗਾ ਉਹ ਕੀਤਾ ਸੀਗਾ, ਤੇ ਉਹ ਤੇਲ ਖਰਚਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਕਰੋੜਾਂ ਰੁਪਈਆਂ ਦੇ ਵਿੱਚ ਤੇਲ ਖਰਚਾ ਸੀਗਾ। ਤੇ ਲੱਗਦਾ ਇਦਾਂ ਹੁੰਦੀ ਵੀ ਬੰਦਾ ਜੇ ਇਹਨਾਂ ਸਾਰੇ ਵਿਧਾਇਕਾਂ ਦਾ ਖਰਚਾ ਤੇਲ ਖਰਚਾ ਲਾਵੇ ਤੇ ਲੋਕੀ ਚੰਨ ਤੋਂ ਮੁੜ ਕੇ ਇੱਥੇ ਆ ਜਾਣ। ਇੰਨਾ ਖਰਚਾ ਪਤਾ ਨਹੀਂ ਕਰਦੇ ਕੀ ਹੈ ਇਹਨੇ ਤੇਲ ਖਰਚੇ ਦੇ ਨਾਲ। ਤੁਸੀਂ ਹਿਸਾਬ ਲਾ ਸਕਦੇ ਹੋ ਫਿਰ ਕਿ ਦੇਖੋ ਹਿਸਾਬ ਤਾਂ ਇਹ ਹੈ ਕਿ ਅਸੀਂ ਤੇ ਆਪਣੇ ਪੰਜਾਬ ਦੇ ਸਟੇਟ ਦੇ ਹਿਸਾਬ ਨਾਲ ਹਿਸਾਬ ਲਗਾਉਣਾ ਕਿ ਪੰਜਾਬ ਦਾ ਭਲਾ ਹੁੰਦਾ ਕਿ ਨਹੀਂ ਹੁੰਦਾ। ਤੁਸੀਂ ਕਰੋੜਾਂ ਰੁਪਏ ਤੇਲ ਦੇ ਉੱਤੇ ਖਰਚ ਕਰ ਦਿੱਤੇ, ਕਾਰਗੁਜ਼ਾਰੀ ਕੀ ਆ, ਡਿਲੀਵਰੈਂਸ ਕੀ ਹੈ, ਪੰਜਾਬ ਦੀ ਹਾਲਤ ਕੀ ਆ, ਪੰਜਾਬ ਦੇ ਖਜ਼ਾਨੇ ਦੀ ਹਾਲਤ ਕੀ ਹੈ, ਐਡਮਿਨਿਸਟ੍ਰੇਸ਼ਨ ਦੀ ਹਾਲਤ ਕੀ ਹੈ, ਲਾਅ ਐਂਡ ਆਰਡਰ ਦੀ ਹਾਲਤ ਕੀ ਹੈ, ਸੜਕਾਂ ਦੀ ਹਾਲਤ ਕੀ ਹੈ, ਲੱਗ ਜਾਓ ਐਡੀ ਲੰਬੀ ਲਿਸਟ ਹੋ ਜਾਊਗੀ। ਔਰ ਜਿੱਥੇ ਤੁਸੀਂ ਪੁੱਟ ਕੇ ਦੇਖੋਗੇ ਕਪਲਾ, ਇੱਥੋਂ ਪੁੱਟੋ ਕਪਲਾ, ਉਹ ਕਪਲੇ ਤੋਂ ਇਲਾਵਾ ਕੁਝ ਕੀਤਾ ਪਤਾ ਨਹੀਂ। ਪਰ ਇਹ ਖਰਚੇ ਫਿਰ ਕਪਲੇ ਕਰਨ ਵਾਸਤੇ ਕੀਤੇ ਨੇ ਨਾ। ਹੁਣ ਜਦੋਂ ਇਨਕੁਆਇਰੀਆਂ ਖੁੱਲ੍ਹਦੀਆਂ ਨੇ ਉਦੋਂ ਵੱਡੀਆਂ ਵੱਡੀਆਂ ਨਿਊਜ਼ ਹੈਡਲਾਈਨਸ ਆਉਂਦੀਆਂ ਨੇ, ਠੀਕ ਹੈ, ਹਫਤਾ ਦਿਨ 10 ਦਿਨ, ਉਸ ਤੋਂ ਬਾਅਦ ਉਹ ਕਪਲੇ ਦੀ ਇਨਕੁਆਇਰੀ ਕਿੱਥੇ ਗਈ ਕਿਸੇ ਨੂੰ ਕੱਖ ਨਹੀਂ ਪਤਾ। ਅੱਜ ਤੱਕ ਕਿਸੇ ਵੀ ਕਪਲੇ ਦੀ ਕੋਈ ਇਨਕੁਆਇਰੀ ਨੇਪਰੇ ਚੜੀ, ਸਿਰੇ ਚੜੀ, ਕੁਝ ਨਹੀਂ ਪਤਾ। ਅਦਾਲਤਾਂ ਦੇ ਵਿੱਚ ਕੇਸ ਪੈਂਡਿੰਗ ਪਏ ਨੇ ਔਰ ਇਨਕੁਆਇਰੀ ਪੂਰੀ ਨਹੀਂ ਹੋਈ। ਮਤਲਬ ਇਹ ਆ ਕਿ ਮਾਮਲੇ ਲਟਕੇ ਜਾਂਦੇ ਨੇ, ਕੋਈ ਇਹਨਾਂ ਨੂੰ ਪੁੱਛਣ ਵਾਲਾ ਲਟਕੇ ਜਾਂਦੇ ਜਾਂ ਲਟਕਾਏ ਜਾਂਦੇ ਨੇ, ਇਦਾਂ ਵੀ ਆਪਾਂ ਕਹਿ ਸਕਦੇ ਹਾਂ। ਤੇ ਉਹਦੇ ਵਿੱਚ ਨਤੀਜਾ ਕੀ ਹੈ? ਕੱਖ ਨਹੀਂ। ਸੋ ਇਨਕੁਆਇਰੀਆਂ ਹੁਣ ਪਿਛਲੀਆਂ ਇਨਕੁਆਇਰੀਆਂ ਵੀ ਕਰੋ, ਠੀਕ ਹੈ, ਮਾਨ ਸਰਕਾਰ ਆਈ ਆ, ਮਾਨ ਸਰਕਾਰ ਆਪਣੇ ਲਹਿਜੇ ਨਾਲ ਚੱਲਦੀ ਪਈ ਆ, ਪਰ ਇਹਨਾਂ ਦੇ ਖਿਲਾਫ ਵੀ ਬਹੁਤ ਗੱਲਾਂ ਨੇ। ਅੱਛਾ ਸੰਜੀਵ ਜੀ, ਮੈਂ ਨੋਟਿਸ ਕਰਦਾ ਹੁੰਦਾ ਕਿ ਤੁਸੀਂ ਵੀ ਕੀਤਾ ਹੋਣਾ ਕਿ ਕੋਈ ਮੰਤਰੀ ਦਾ ਕਾਫਲਾ ਆ ਕੇ ਹੈ ਨਾ ਕਿਤੇ ਰੁਕ ਜਾਵੇ ਭੀੜ ਦੇ ਵਿੱਚ ਤੇ ਇੱਕਦਮ ਭੀ ਪੈ ਪੁਲਿਸ ਵਾਲਿਆਂ ਨੂੰ ਆਪਦੀ ਪੈ ਜਾਂਦੀ ਵੀ ਮੰਤਰੀ ਜੀ ਨੂੰ ਜਲਦੀ ਕੱਢ ਲਈਏ। ਵੀ ਮੰਤਰੀ ਨੇ ਜਾ ਕੇ ਕਿੱਡਾ ਬਹੁਤ ਬੜੇ ਵੱਡੇ ਦੁਨੀਆ ਬਦਲਣੀ ਹੋਵੇ, ਇਦਾਂ ਦੇ ਫੈਸਲੇ ਲੈਣੇ ਹੋਣਗੇ ਵੀ ਉਹਨਾਂ ਦਾ ਇੱਕ ਮਿੰਟ ਕੀਮਤੀ ਆ ਮੰਤਰੀ ਜੀ ਦਾ, ਵੀ ਉਹ ਤਾਂ ਦੁਨੀਆ ਬਦਲਣ ਦੇ ਫੈਸਲੇ ਲੈਣੇ ਆ। ਮੈਂ 2013 ਦੇ ਵਿੱਚ ਮੈਂ ਯੂਨੀਵਰਸਿਟੀ ਸੀਗਾ, ਮੈਂ ਉਦੋਂ ਤੋਂ ਨਜ਼ਰ ਕਰਦਾ ਰਿਹਾ ਕਿਉਂਕਿ ਜਰਨਲਿਜ਼ਮ ਸੀਗਾ, ਕਿਉਂਕਿ ਉਸ ਬੈਕਗਰਾਊਂਡ ਦੇ ਉੱਤੇ, ਕਿਉਂਕਿ ਮੈਂ ਬੜੇ ਪੌਸ਼ ਏਰੀਆ 'ਚ ਪੜ੍ਹਦਾ ਹੁੰਦਾ ਸੀਗਾ। ਉੱਥੇ ਉਹ ਮੰਤਰੀ ਸ਼ੰਤਰੀ ਬੜੇ ਰਹਿੰਦੇ ਸੀਗੇ, ਤੇ ਜਦੋਂ ਉਹਨਾਂ ਦੀਆਂ ਗੱਡੀਆਂ ਨਿਕਲਦੀਆਂ ਸੀਗੀਆਂ ਤੇ ਉਹ ਇੱਦਾਂ ਲੱਗਦਾ ਹੁੰਦਾ ਸੀ ਵੀ ਬਈ ਇਹਨਾਂ ਨੂੰ ਦੁਨੀਆ ਜਹਾਨ ਦੇ ਕੰਮ ਇਹਨਾਂ ਨੂੰ ਇਹਨਾਂ ਦਾ ਤਾਂ ਪਲ ਪਲ ਕੀਮਤੀ ਆ। ਫਿਰ ਜੇ ਇਹਨਾਂ ਦਾ ਇੰਨਾ ਪਲ ਪਲ ਕੀਮਤੀ ਹੈ, ਇੰਨੇ ਸਾਲ ਹੋ ਗਏ ਸਾਨੂੰ ਇਹਨਾਂ ਨੂੰ ਵੇਖਦਿਆਂ, ਹਾਲੇ ਤੱਕ ਬਦਲਿਆ ਤਾਂ ਕੁਝ ਵੀ ਨਹੀਂ ਹੈ। ਨਹੀਂ, ਉਹਨਾਂ ਦਾ ਆਪਣਾ ਤਾਂ ਬਦਲਾਵ ਆਇਆ ਕਿ ਨਹੀਂ ਆਇਆ? ਨਹੀਂ, ਆਪਣਾ ਤਾਂ ਬਦਲਾਵ ਆ ਗਿਆ, ਆਪਣਾ ਪਲ ਪਲ ਕੀਮਤੀ ਹੈ। ਉਹ ਜਦੋਂ ਗੱਡੀ ਚੋਂ ਨਿਕਲਦੇ ਇੱਕ ਵੱਖਰਾ ਹੀ ਕ੍ਰਿਜ਼ਮਾ ਹੁੰਦਾ ਆ, ਕੁੜਤਾ ਉਹਨਾਂ ਦਾ ਸ਼ਾਹੀ ਜਿਹਾ ਲੱਗਦਾ, ਦੇਖ ਲਓ ਕੁੜਤਾ ਪਾਇਆ ਹੁੰਦਾ ਤੇ ਉਹ ਨਾਲ ਆਵਾਜ਼ ਵੀ ਆਉਂਦੀ ਖੜਖੜ ਨਾਲ। ਨਹੀਂ, ਮੈਂ ਆਵਾਜ਼ ਕਦੀ ਗੌਰ ਨਾਲ ਸੁਣੀ ਨਹੀਂ ਕਿਉਂਕਿ ਸੁਣਨ ਨਹੀਂ ਦਿੰਦੇ, ਉਹ ਪਰਾਂ ਖੜਾ ਦਿੰਦੇ ਵੀ ਤੁਸੀਂ ਉਹ ਦੂਰ ਖੜ ਜਾਓ। ਕਹਿਣ ਵਾਲੇ ਕਹਿੰਦੇ ਨੇ ਜਿਹੜੇ ਕੋਲ ਖੜ ਕੇ ਸੁਣਦੇ ਨੇ ਕਿ ਖੜਖੜ ਵਾਲੇ ਕੁੜਤੇ ਪਾਏ ਹੁੰਦੇ ਨੇ ਤੇ ਉਦਾਂ ਦੀ ਚੀਕੂ ਕਰਦੀ ਜੁੱਤੀ ਪਾਈ ਹੁੰਦੀ ਹੈ, ਤੇ ਇੱਧਰ ਵੀ ਸਲਾਮਾ, ਇੱਧਰ ਵੀ ਸਲਾਮਾ, ਸਾਰੇ ਸਲਾਮਾ ਠੋਕਣ ਵਾਲੇ ਖੜੇ ਹੁੰਦੇ ਨੇ। ਇਹ ਤਾਂ ਗੱਲ ਤੁਹਾਡੀ ਦਰੁਸਤ ਆ, ਠੀਕ ਹੈ ਨਾ। ਤੇ ਬਾਡੀਗਾਰਡ ਕਹਿੰਦੇ ਨੇ ਪਿੱਛੇ। ਤੁਸੀਂ ਅੱਜ ਤੱਕ ਕਦੇ ਕਿਸੇ ਮੰਤਰੀ ਨੂੰ ਦੇਖਿਆ ਵੀ ਉਹ ਤੁਹਾਨੂੰ ਲੱਗਿਆ ਹੋਵੇ ਯਾਰ ਮੰਤਰੀ ਲੱਗਦਾ ਨਹੀਂ ਪਰਸਨੈਲਿਟੀ ਤੋਂ? ਨਹੀਂ, ਇਦਾਂ ਦੀ ਤਾਂ ਗੱਲ ਨਹੀਂ। ਉਹ ਉਹਦੀ ਟੌਪ ਪਰਸਨੈਲਿਟੀ ਆ, ਉਹਦੀ ਪਰਸਨੈਲਿਟੀ ਦੇ ਪਿੱਛੇ ਰਹਿ ਜਾਂਦੀ। ਪਹਿਲਾਂ ਜਿਹੜੇ ਬਾਡੀਗਾਰਡਸ ਹੁੰਦੇ ਨੇ ਉੱਚੇ ਲੰਬੇ, ਉਹਨਾਂ ਦੀ ਪਰਸਨੈਲਿਟੀ ਦੇਖ ਕੇ ਬੰਦਾ ਡਰ ਜਾਂਦਾ ਯਾਰ ਪਿੱਛੇ ਕੋਈ ਮੰਤਰੀ ਹੋਣਾ। ਉਹ ਵਾਕਈ ਪਿੱਛੇ ਮੰਤਰੀ ਹੁੰਦਾ ਹੈ। ਉਹ ਪਰਸਨੈਲਿਟੀ ਤਾਂ ਉਹ ਕਮਾਂਡੋਜ਼ ਦੀ ਹੁੰਦੀ ਹੈ, ਉਹਨੂੰ ਦੇਖ ਕੇ ਮਜ਼ਾ ਆ ਜਾਂਦਾ। ਸ਼ਾਇਦ ਇਸੇ ਕਰਕੇ ਨਾਲ ਲੈ ਕੇ ਤੁਰਦੇ ਨੇ ਕਿ ਵੀ ਦੇਖੋ ਮੇਰੇ ਸੱਜੇ ਖੱਬੇ ਕਮਾਂਡੋਜ਼ ਨੇ, ਹੁਣ ਰੋਪ ਪੈਂਦਾ ਕਿ ਨਹੀਂ ਪੈਂਦਾ। ਉਹ ਵੈਸੇ ਵੀ ਦੇਖੋ ਨਾ, ਤੁਹਾਡੇ ਘਰ ਦੇ ਬਾਹਰ ਪੁਲਿਸ ਦੀ ਗੱਡੀ ਖੜੀ ਹੋਵੇ, ਹਾਂ, ਪੁਲਿਸ ਵਾਲੇ ਖੜੇ ਹੋਣ, ਤੁਹਾਡਾ ਆਪ ਹੀ ਟੌਰ ਬਣ ਜਾਂਦੀ ਪੂਰੇ ਮਹੱਲੇ 'ਚ, ਬਈ ਬਹੁਤ ਵੱਡਾ ਆਦਮੀ ਦੇਖਦਾ ਹੈ ਯਾਰ। ਤੁਹਾਡੀ ਗੱਲ ਤਾਂ ਦੁਰਸਤ ਹੈ। ਇਸ ਕਰਕੇ ਜਿਹੜੇ ਉਹ ਭਾਈ ਭਤੀਜੇ ਨੇ ਉਹ ਕਹਿੰਦੇ ਨੇ ਯਾਰ ਇੱਕ ਸਿਕਿਉਰਿਟੀ ਗਾਰਡ ਸਾਨੂੰ ਵੀ ਦਵਾ ਦਿਓ, 2 ਸਿਕਿਉਰਿਟੀ ਗਾਰਡ ਸਾਡੇ ਨਾਲ ਵੀ ਹੁਣ ਜਾਣਾ, ਆਪਣੇ ਦੋਸਤ ਦੇ ਵਿਆਹ ਤੇ ਜਾਣਾ, ਇੱਕ ਸਾਡੇ ਕੋਲ ਹਥਿਆਰ ਵੀ ਹੋਣਾ ਚਾਹੀਦਾ, ਉਹ ਵੀ ਦਵਾ ਦਿਓ, ਥੋੜਾ ਰੋਬ ਪੈ ਜਾਂਦਾ। ਸੋ ਇਹ ਸਭ ਚੀਜ਼ਾਂ ਚੱਲਦੀਆਂ ਨੇ। ਫਿਰ ਉੱਥੇ ਜਾ ਕੇ ਇਹਨਾਂ ਦੀ ਲੋੜਾਂ ਨੇ, ਇਹਨਾਂ ਦੀਆਂ ਲੋੜਾਂ ਨੇ, ਫਿਰ ਉੱਥੇ ਜਾ ਕੇ ਫਾਇਰ ਵੀ ਕਰਦੇ ਨੇ, ਕੋਈ ਪੁੱਛਣ ਵਾਲਾ ਵੀ ਨਹੀਂ ਉਹਨਾਂ ਨੂੰ। ਉਹ ਲੋੜ ਆ, ਇਹ ਵੀ ਲੋੜ ਹੈ। ਚਲੋ, ਸੋ ਇਹ ਲੋੜਾਂ ਬੜੀਆਂ ਘੱਟ ਹੀ ਨੇ ਵੈਸੇ ਤੇ। ਸੰਜੀਵ ਜੀ ਅੱਗੇ ਚੱਲੀਏ, ਮੈਨੂੰ ਲੱਗਦਾ ਇਹ ਤੁਹਾਡੀ ਬਾਕੀ ਠੀਕ ਹੈ, ਅੱਗੇ ਚੱਲਦੇ, ਕਿਉਂਕਿ ਰੋਜ਼ੀ ਰੋਟੀ ਦੀ ਲੋੜ ਜਿਹੜੀ ਹੈ ਉਹ ਬਹੁਤ ਵੱਡੀ ਹੁੰਦੀ ਆ। ਇਹ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਕਿਉਂਕਿ ਤਾਂ ਪਬਲਿਕ ਦੀ ਟੈਕਸ ਮਨੀ ਦੇ ਉੱਤੇ ਐਸ਼ਾਂ ਕਰਨੀਆਂ ਨੇ। ਹੁਣ ਪਬਲਿਕ ਨੂੰ ਆਪਣੀ ਮਿਹਨਤ ਵਾਸਤੇ ਹੀ ਰੋਜ਼ੀ ਰੋਟੀ ਕਮਾਉਣੀ ਪੈਣੀ ਹੈ। ਰੋਟੀ ਤੇ ਢਿੱਡ ਪਊਗੀ ਤਾਂ ਹੀ ਅਗਲੀਆਂ ਗੱਲਾਂ ਚੱਲਣਗੀਆਂ। ਸੋ ਇੱਕ ਚੀਜ਼ ਹੋਰ ਆਪਾਂ ਨਾਲ ਜੋੜ ਦਿੰਦੇ ਹਾਂ ਕਿ ਗਿਲਜੀਆ ਸਾਹਿਬ ਦਾ ਜਿਹੜਾ ਭਤੀਜਾ ਹੈ ਉਹਨੂੰ ਵੀ ਵਿਜੀਲੈਂਸ ਨੇ ਅਰੈਸਟ ਕਰ ਲਿਆ। ਤੁਹਾਡੀਆਂ ਗੱਡੀਆਂ ਵਾਲੀ ਰਿਪੋਰਟ ਉਹਨਾਂ ਕੋਲ ਪਹੁੰਚ ਗਈ ਹੈ ਵੀ ਖਹਿਰਾ ਸਾਹਿਬ ਨੇ ਤਹਿਕੀਕਾਤ ਕਰ ਲਈ ਹੈ, ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਨੇ, ਪਾਰਟੀਆਂ ਸ਼ਾਰਟੀਆਂ ਹੁੰਦੀਆਂ ਰਹਿੰਦੀਆਂ ਯਾਰਾਂ ਦੋਸਤਾਂ ਨਾਲ। ਵਿਜੀਲੈਂਸ ਵਾਲੇ ਆ ਗਏ ਨੇ, ਦੱਸੋ ਵੀ ਕਮਾਈ ਕਿੰਨੀ ਹੈ ਤੇ ਖਰਚਾ ਕਿੰਨਾ ਹੈ, ਇਹ ਇੰਨਾ ਖਰਚਾ ਕਰਦੇ ਕਿੱਥੋਂ, ਉਹ ਦੱਸੋ ਹੁਣ ਸਾਨੂੰ। ਦੇਖੋ ਦਲਜੀਤ ਗਿੱਲ ਜੀਆਂ, ਸੰਤ ਸਿੰਘ ਗਿੱਲ ਜੀਆਂ ਜਿਹੜੇ ਕਿ ਸਾਬਕਾ, ਜਿਹਨੂੰ ਆਪਾਂ ਕਹਿੰਦੇ ਆ ਸਾਬਕਾ ਜੀ ਜੰਗਲਾਤ ਮਹਿਕਮਾ ਇਹਨਾਂ ਤੋਂ ਐਗਜ਼ੈਕਟਲੀ ਸਰ, ਉਹੀ ਕਹਿੰਦੇ ਜੀ 500 ਰੁਪਏ ਦਾ ਠੀਕਾ ਲੱਗ ਜਾਂਦਾ ਸੀ, 500 ਰੁਪਏ ਦਾ ਪਰ ਜਿਹੜਾ ਇੱਕ ਬੂਟਾ ਆ ਉਹਦੇ ਹਿਸਾਬ ਦੇ ਨਾਲ 500 ਰੁਪਇਆ ਲਿਆ ਜਾਂਦਾ ਸੀਗਾ।
ਫਿਰ ਬੜੀਆਂ ਸਾਰੀਆਂ ਮਾਈਨਿੰਗ ਹੋਈਆਂ, ਕਹਿੰਦੇ ਉਹ ਵੀ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਸੀ ਪ੍ਰਸ਼ਾਸਨ ਦੀਆਂ, ਵੀ ਮਾਈਨਿੰਗ ਹੋਈ ਨਹੀਂ ਗੀ। ਇਹ ਦਲਜੀਤ ਗਿੱਲ ਜੀਆਂ ਭਤੀਜਾ ਹੈ ਜੀ, ਕਹਿੰਦੇ ਇਹ ਵਿਚੋਲੀਆ ਕੰਮ ਕਰਦਾ ਸੀ, ਵਿਚੋਲੇ ਵਾਲਾ ਕੰਮ ਕਰਦਾ ਸੀ, ਵੀ ਠੇਕੇਦਾਰ ਤੋਂ ਪੈਸੇ ਲੈਣੇ ਆ, ਕਿਸੇ ਦੀ ਬਦਲੀ ਕਰਾਉਣੀ ਆ, ਕਿਸੇ ਨੂੰ ਰੇਤ ਮਾਈਨਿੰਗ ਦੇ ਲਈ ਕਰਨ ਦੇਣੀ ਆ, ਔਰ ਕਿਸੇ ਦਾ 500 रुपया प्रति दरख्त ਲੈਣਾ ਆ, ਉਹ ਸਾਰਾ ਕੁਝ ਹੈ। ਇੱਕ ਗੀਤ ਹੈ ਨਾ, ਸਈਆਂ ਭਾਈ ਕੋਤਵਾਲ ਤੂੰ ਅਬ ਡਰ ਕਾਹੇ ਕਾ, ਮਾਮੇ ਦੇ ਕੰਨ ਨੱਤੀਆਂ ਤੇ ਭਣੇਵਾ ਫਿੜੇ ਆਕੜ ਆਕੜ, ਮੇਰੇ ਮਾਮੇ ਨੇ ਸੋਨੇ ਦੀਆਂ ਨੱਤੀਆਂ ਪਾਈਆਂ ਹੋਈਆਂ। ਸੋ ਆਹ ਹਿਸਾਬ ਆ ਕਿ ਸਾਡੇ ਚਾਚਾ ਜੀ, ਸਾਡੇ ਮਾਮਾ ਜੀ, ਸਾਡੇ ਤਾਊ ਜੀ ਮਿਨਿਸਟਰ ਹੈਗੇ ਨੇ, ਸਾਨੂੰ ਕਾਹਦਾ ਡਰ। ਹੁਣ ਭਤੀਜਾ ਸਾਹਿਬ ਵੀ ਲੱਗੇ ਹੋਏ ਨੇ। ਗੱਲ ਇਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 37 ਤੋਂ ਇਹਨਾਂ ਨੇ ਵਿਜੀਲੈਂਸ ਨੇ ਲਿਆ ਸੀਗਾ, ਔਰ ਇੱਕ ਡਾਇਰੀ ਕਹਿੰਦੇ ਮਿਲੀ ਆ, ਡਾਇਰੀ ਵਿੱਚ ਖਾਤਾ ਖੁੱਲ ਗਿਆ। ਇੱਕ ਲਾਲ ਡਾਇਰੀ, ਇੱਕ ਇੱਦਾਂ ਦੀ ਡਾਇਰੀ। ਇਹ ਡਾਇਰੀ ਦੇ ਵਿੱਚ ਖਾਤਾ ਸੀਗਾ, ਵੀ ਕਹਿੰਦੇ ਵੀ ਕਿਹਨੂੰ ਕਿਹਨੂੰ ਦਿੱਤਾ। ਹਾਲੇ ਬਹੁਤ ਸਾਰੀਆਂ ਹੋਰ ਪਰਤ ਚੀਜ਼ਾਂ ਕਹਿੰਦੇ ਖੁੱਲਣ ਦੀ ਸੰਭਾਵਨਾ ਹੈਗੀ ਆ। ਸੋ ਦੇਖਦੇ ਹਾਂ ਕੀ ਨਿਕਲ ਕੇ ਆਉਂਦਾ ਨਾ। ਮਤਲਬ ਦਲਜੀਤ ਹੁਣੀ ਕਹਿੰਦੇ ਜੀ ਬੜੇ ਰਸੂਖਦਾਰ ਬੰਦੇ ਨੇ, ਔਰ ਵਿਜੀਲੈਂਸ ਨੇ ਕੱਲ ਵਾਹਵਾ ਗ੍ਰਿਲ ਕੀਤਾ ਆ। ਮੈਨੂੰ ਲੱਗਦਾ ਕਿ ਆਪ ਸਰਕਾਰ ਵਾਕਈ ਇੱਕ ਤਰੀਕੇ ਦੇ ਨਾਲ ਨਾ ਧੋ ਕੇ ਹੱਥ ਪੈ ਗਈ ਆ, ਵੀ ਕਿਹਨੇ ਕੀ ਕੀਤਾ, ਇਹ ਸਾਰਾ ਕੁਝ ਦੇਖਣਾ ਹੋਵੇਗਾ। ਹੱਥ ਧੋ ਕੇ ਨਹੀਂ, ਨਹਾ ਧੋ ਕੇ ਪੈ ਗਈ ਆ। ਕੱਲ ਤਾਂ ਹੁਣ ਤਾਂ ਵਿਆਹ ਕਰਾ ਕੇ ਵੀ ਕਹਿ ਲਈਏ ਪਾ ਕੇ ਪੈ ਗਈ ਆ। ਗੱਲ ਇਹ ਆ, ਮੈਂ ਨਾ ਡਾਇਰੀਆਂ ਦੀ ਗੱਲ ਦੇ ਉੱਤੇ ਬੜਾ ਸੋਚਦਾ ਹੁੰਦਾ ਕਿ ਉਹਦੀ ਡਾਇਰੀ ਮਿਲੀ। ਕਿਸੇ ਵਕਤ ਸਾਡੇ ਕ੍ਰਾਂਤੀਕਾਰੀ ਵੀਰਾਂ ਦੀ, ਭਗਤ ਸਿੰਘ ਦੀ ਡਾਇਰੀ, ਉਹਦੇ ਵਿੱਚ ਉਹ ਲਿਖਿਆ ਹੋਇਆ ਕਿ ਕ੍ਰਾਂਤੀ ਕਿਵੇਂ ਲਿਆਉਣੀ ਹੈ, ਫਲਾਣੇ ਕ੍ਰਾਂਤੀਕਾਰੀ ਨੇ ਕੀ ਕੀਤਾ, ਫਲਾਣੇ ਮੁਲਕ 'ਚ ਕ੍ਰਾਂਤੀ ਕਿਵੇਂ ਆਈ, ਉਹ ਸਾਰੇ ਐਨਾਲਿਸਿਸ, ਭਾਰਤ ਦਾ ਕਿੱਦਾਂ ਦਾ ਲਾਅ ਹੋਣਾ ਚਾਹੀਦਾ, ਭਾਰਤ ਦੇ ਵਿੱਚ ਕਿੱਦਾਂ ਦਾ ਲੋਕਾਂ ਦਾ ਹਾਲ ਹੋਣਾ ਚਾਹੀਦਾ, ਉਹ ਸਾਰੀ ਡਾਇਰੀ 'ਚ ਲਿਖਿਆ ਹੋਇਆ ਹੈ। ਭਗਤ ਸਿੰਘ ਦੀ ਉਹ ਡਾਇਰੀ, ਤੇ ਕਿੰਨਾ ਦੀ ਡਾਇਰੀ ਹੈ, ਕਿਹਨੂੰ ਕਿੰਨਾ ਦਿੱਤਾ ਸੀ, ਕਿੱਥੋਂ ਕਿੰਨਾ ਲਿੱਤਾ ਸੀ, ਕਿੱਥੇ ਕਿੰਨੇ ਦੀ ਕਰਪਸ਼ਨ ਕੀਤੀ ਸੀ, ਕਿੱਥੋਂ ਕਿੰਨਾ ਉਧਾਰ ਵਟਣਾ, ਹਜੇ ਕਿੰਨਾ ਵਟਣਾ ਉੱਥੋਂ ਖੜਾ, ਕਿਹਨੂੰ ਭਤੀਜੇ ਨੂੰ ਦੇਣਾ, ਕਿਹਨੂੰ ਭਾਂਜੇ ਨੂੰ ਦੇਣਾ, ਇਹਨਾਂ ਦੀ ਡਾਇਰੀ 'ਚ ਇਹ ਲੱਭਦਾ। ਇਹ ਵੀ ਜ਼ਿੰਦਗੀ 'ਚ ਆਪਣੀ ਰੈਵੋਲੂਸ਼ਨ ਲੈ ਕੇ ਆਉਣ, ਇਹ ਰੈਵੋਲੂਸ਼ਨ ਕ੍ਰਾਂਤੀ ਇਹਨਾਂ ਦੀ ਆਪਣੀ ਜ਼ਿੰਦਗੀ 'ਚ ਆਉਂਦੀ ਆ। ਚੰਡੀਗੜ੍ਹ 37 ਸੈਕਟਰ ਲਾਈਫ ਸਟਾਈਲ ਬਰਕਰਾਰ ਰੱਖਣਾ, ਐਨ ਸੋਹਣੇ ਅੱਗੇ ਪਿੱਛੇ ਰੱਖਣਾ, ਇਹ ਇੱਕ ਮਾੜੇ ਬੰਦੇ ਦਾ ਥੋੜੀ ਕੰਮ ਆ, ਬਿਲਕੁਲ ਇਹਨਾਂ ਦਾ ਕੰਮ ਹੈ। ਮੈਂ ਕਿਹਾ ਜੀ ਤੁਸੀਂ ਜਿਹੜਾ ਆਪਾਂ ਕਲੋਨੀਆਂ ਦੀ ਗੱਲ ਕੀਤੀ ਸੀ, ਜਿਹੜੇ ਸੈਕਟਰ ਡਿਵੈਲਪ ਕੀਤੇ ਹੋਏ ਨੇ, ਵੱਡੇ ਵੱਡੇ ਸ਼ੀਸ਼ ਮਹਿਲ ਬਣਾ ਕੇ ਬੈਠੇ ਹੋਏ ਨੇ, ਜਿਹੜੇ ਚੰਡੀਗੜ੍ਹ ਦੇ ਜੰਗਲ, ਚੰਡੀਗੜ੍ਹ ਦੇ ਕਈ ਪਾਣੀ ਦੇ ਸੋਮੇ ਵੀ ਖਤਮ ਕਰ ਦਿੱਤੇ, ਉੱਥੇ ਆਪਣੀਆਂ ਜਾਇਦਾਦਾਂ ਬਣਾਈਆਂ ਹੋਈਆਂ ਨੇ। ਫਿਲਹਾਲ ਚਲੋ ਆਪਾਂ ਇੱਥੇ ਹੋਣੇ ਆ। ਦਲਜੀਤ ਮੈਂ ਤਾਂ ਗੱਲ ਕਰਦਾ ਪਈ, ਗੱਲ ਜੁੜੂ ਕਿੱਥੇ ਦੀ ਕਿੱਥੇ ਨਿਕਲੂਗੀ। ਵਾਕਈ ਕਹਿੰਦੇ ਉਹਨਾਂ ਦੀਆਂ ਜਿਹੜੀਆਂ ਪਾਰਕਿੰਗ ਏਰੀਆ ਕਹਿੰਦੇ ਉਹ ਵੀ ਪੰਚਾਇਤੀ ਆ, ਇਹ ਵੀ ਪਿੱਛੇ ਜਿਹੇ ਦੇਖਣ ਨੂੰ ਮਿਲਿਆ ਸੀਗਾ। ਫਿਲਹਾਲ ਚਲੋ ਆਪਾਂ ਆਉਣੇ, ਕਹਿੰਦੇ ਜੀ WhatsApp ਚੈਟ ਵੀ ਮਿਲੀ ਆ, ਤੇ WhatsApp ਚੈਟ ਥਰੂ ਵੀ ਬੜਾ ਕੁਝ ਜਿਹੜਾ ਆ ਉਹ ਖਗਾਲਿਆ ਜਾ ਸਕਦਾ ਹੈ। ਹੁਣ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਬਾਤ ਨਿਕਲੀ ਤੋਂ ਹੈ, ਕਹਾਂ ਤੱਕ ਜਾਏਗੀ, ਇਹ ਦੇਖਣਾ ਦੂਰ ਤੱਕ ਜਾਏਗੀ। ਹੁਣ ਦੂਰ ਤੱਕ ਜਾਂਦੀ ਹੈ ਕਿ ਨਹੀਂ ਜਾਂਦੀ, ਇਹ ਵੇਖਣਾ ਜ਼ਰੂਰ ਹੈ ਕਿ ਚੈਟ ਕਰਨ ਵਾਲੇ, ਜਿਹੜੇ ਤਹਿਕੀਕਾਤ ਕਰਨ ਵਾਲੇ ਨੇ, ਉਹ ਕਿੰਨੀ ਦੂਰ ਤੱਕ ਲੈ ਕੇ ਜਾਂਦੇ ਆ। ਕਿਉਂਕਿ ਕਈ ਵਾਰ ਹੁੰਦਾ ਨਾ ਕਿ ਪ੍ਰੈਸ਼ਰ ਆ ਜਾਂਦਾ, ਆਪਾਂ ਕਹਿੰਦੇ ਕਿ ਰਸੂਖਦਾਰ ਨੂੰ ਹੱਥ ਪਾਉਣਾ ਬਹੁਤ ਹੀ ਔਖਾ ਹੁੰਦਾ। ਪਿੱਛੋਂ ਹੋਮ ਮਿਨਿਸਟਰੀ ਦਾ ਫੋਨ ਆ ਜਾਂਦਾ, ਬਈ ਇਹ ਸਾਡਾ ਬੰਦਾ ਹੈ, ਪਿੱਛੋਂ DCP ਦਾ, DGIG ਦਾ ਫੋਨ ਆਉਂਦਾ, ਜੀ ਸਾਡਾ ਬੰਦਾ, ਜਿਹਨਾਂ ਦੀ ਕਿਤੇ ਲੱਗਦੀ ਹੁੰਦੀ ਆ, ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਆ। ਉਹ ਫਿਰ ਇਸ ਕਰਕੇ ਉਹ ਕਹਿੰਦੇ ਜੀ ਜਿਹੜਾ ਇੰਸਪੈਕਟਰ ਫੜਿਆ ਹੁੰਦਾ ਉਹ ਬੌਣਾ ਜਿਹਾ ਹੋ ਕੇ ਉਹਨੂੰ ਛੱਡ ਦਿੰਦਾ, ਵੀ ਚੱਲ ਠੀਕ ਆ ਭਾਈ। ਕੀ ਗਲਤੀ ਨਾਲ ਫੜਿਆ ਗਿਆ ਜੀ, ਸ਼ੱਕੀ ਸੀ, ਸ਼ੱਕ ਦੀ ਬਣਾ ਤੇ ਫੜਿਆ ਗਿਆ। ਜਦੋਂ ਸਾਰਾ ਮਾਮਲਾ ਸਮਝ ਆਇਆ, ਬੰਦਾ ਕੋਈ ਹੋਰ ਸੀ, ਫਿਰ ਕੋਈ ਹੋਰ ਗਰੀਬ ਆਦਮੀ ਧਰਿਆ ਹੁੰਦਾ। ਵਾਕਈ ਖੈਰ ਇਹ ਸਭ ਚੱਲਦਾ ਹੀ ਰਹਿੰਦਾ। ਆਪਾਂ ਜਾਣਦੇ ਹੀ ਹਾਂ ਜਿਹੜੇ ਪੋਲੀਟੀਕਲ ਪ੍ਰੈਸ਼ਰਸ ਨੇ, ਪ੍ਰੈਸ਼ਰ ਕੁੱਕਰ ਬਣਾਇਆ ਹੋਇਆ ਪੂਰੇ ਸਿਸਟਮ ਨੂੰ, ਔਰ ਇੰਨਾ ਪ੍ਰੈਸ਼ਰ ਹੋ ਜਾਂਦਾ ਕਿ ਜਿਹੜਾ ਸਹੀ ਬੰਦਾ ਹੈ ਉਹ ਸ਼ੂ ਕਰਕੇ ਵਿੱਚੋਂ ਹੀ ਨਿਕਲ ਜਾਂਦਾ। ਚਲੋ ਖੈਰ ਅੱਗੇ ਵਧਦੇ ਹਾਂ ਆਪਾਂ। ਇੱਕ ਮੈਨੂੰ ਗੀਤ ਯਾਦ ਆ ਗਿਆ, ਉਹ ਪੁਰਾਣੀ ਫਿਲਮ ਦਾ ਹੈ, ਪੰਜਾਬੀ ਗੀਤ ਹੈ। ਕਹਿੰਦਾ ਸੱਚੇ ਫਾਂਸੀ ਚੜ੍ਹਦੇ ਵੇਖੇ, ਝੂਠਾ ਮੌਜ ਉਡਾਵੇ, ਲੋਕੀ ਆਖਣ ਰੱਬ ਦੀ ਕੁਦਰਤ, ਮੈਂ ਆਖਾਂ ਅਨਿਆਏ, ਤਾਂ ਫਿਰ ਤੂੰ ਵੀ ਫਸ ਬਈ, ਤੂੰ ਸੱਚ ਕਿਉਂ ਬੋਲਦਾ। ਉਹ ਫਿਰ ਅੱਗੇ ਬੋਲਦਾ, ਦੂਜੀ ਗੱਲ ਵੀ ਕਰ ਦਿੰਦਾ, ਹੱਕ ਦੂਜੇ ਦਾ ਮਾਰ ਮਾਰ ਕੇ ਬਣਦੇ ਲੋਕ ਅਮੀਰ, ਮੈਂ ਇਹਨੂੰ ਚੋਰੀ ਕਹਿੰਦਾ, ਲੋਕ ਕਹਿਣ ਤਕਦੀਰ। ਉਹ ਫਿਰ ਫਸਦਾ, ਕਿਉਂਕਿ ਸੱਚ ਬੋਲਣ ਵਾਲਾ ਹਮੇਸ਼ਾ ਫਸੂਗਾ। ਚਲੋ ਆਪਾਂ ਅੱਗੇ ਚੱਲਦੇ ਹਾਂ। ਫਿਰ ਤੁਸੀਂ ਸੱਚ ਨਹੀਂ ਬੋਲਣਾ ਨਾ, ਸੱਚ ਬੋਲਣ ਤੇ ਬੈਨ ਹੈ। ਸੋ ਬੈਨ ਤਾਂ ਗਾਣੇ ਤੇ ਵੀ ਲੱਗ ਗਿਆ ਸੀਗਾ। ਬੈਨ ਤੋਂ ਮੈਨੂੰ ਗੱਲ ਯਾਦ ਆ ਗਈ, ਜਿਹੜਾ SYL ਦਾ ਗੀਤ ਆ ਉੱਤੇ ਵੀ ਬੈਨ, ਤੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੀਤ ਸੀ ਉਹ ਤੇ ਵੀ ਬੈਨ ਕੀਤਾ ਗਿਆ। ਤੇ ਉਹਦੇ ਖਿਲਾਫ ਹੁਣ ਆਪਣੇ, ਤੁਸੀਂ ਮੈਨੂੰ ਕਹਿੰਦੇ ਹੋ ਨਾ, ਤੁਸੀਂ ਭਾਜੀ ਕਹਿੰਦੇ ਹੋ, ਸੁਖਬੀਰ ਭਾਜੀ ਕੁਝ ਕਰਨ ਲੱਗੇ ਨੇ। ਵਾਕਈ ਤੁਹਾਡੇ ਭਾਜੀ ਮੇਰੇ ਭਾਜੀ ਕੁਝ ਕਰਨ ਲੱਗੇ ਨੇ। ਇਹ ਨਾ ਦੇਖੋ, ਸੱਤਾ ਦੇ ਵਿੱਚ ਬਣੇ ਰਹਿਣਾ ਜਾਂ ਆਪਣੇ ਆਪ ਨੂੰ ਟਿਕਾਊ ਰੱਖਣਾ ਇੱਕ ਤਰੀਕਾ ਹੁੰਦਾ ਆ। ਨਹੀਂ ਤੇ ਗਾਣਾ ਬੈਨ ਹੋਇਆ, ਰੌਲਾ ਅਸੀਂ ਪਾ ਲਿਆ, ਅੱਜ ਕਿੰਨੇ ਦਿਨਾਂ ਬਾਅਦ ਇਹਨਾਂ ਨੂੰ ਚੇਤਾ ਆ ਗਿਆ ਵੀ ਅਸੀਂ ਰੋਸ ਟਰੈਕਟਰ ਮਾਰਚ ਵੀ ਕਰਨਾ, ਸ਼ਗੂਫਾ ਛੱਡਣਾ ਜੀ। ਤੁਹਾਨੂੰ ਯਾਦ ਹੋਵੇਗਾ ਕਿ ਇਹਨਾਂ ਨੇ ਉਦੋਂ ਵੀ ਟਰੈਕਟਰ ਮਾਰਚ ਕੀਤਾ ਜਦੋਂ ਸੋਫਿਆਂ ਵਾਲੇ, ਗੱਦਿਆਂ ਵਾਲੀਆਂ ਸੀਟਾਂ ਦੇ ਉੱਤੇ ਟਰੈਕਟਰ ਤੇ ਬੈਠ ਕੇ ਰੈਲੀਆਂ ਕਰਨ ਰਹੇ ਸੀ ਜੀ। ਕਿਸਾਨੀ ਅੰਦੋਲਨ ਦੇ ਨਾਲ ਖੜਨ ਦੀ ਗੱਲ ਕਰ ਰਹੇ ਸੀ, ਕਹਿੰਦੇ ਜੀ ਅਸੀਂ ਕਾਲੇ ਕਾਨੂੰਨਾਂ ਦੇ ਖਿਲਾਫ ਗੱਲ ਕਰ ਰਹੇ ਹਾਂ।
ਹੁਣ ਉਹ ਵੀ ਇਹਨਾਂ ਨੇ ਰੈਲੀ ਕੀਤੀ ਸੀਗੀ ਤੇ ਲੋਕੀ ਪੁੱਛਦੇ ਸੀ ਵੀ ਉਸ ਰੈਲੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਨਹੀਂ ਸੀਗੇ ਤੇ ਬੜੇ ਮੀਮਸ ਬਣੇ, ਲੋਕੀ ਕਹਿੰਦੇ ਇਹ ਕਹਿੰਦੇ ਵੀ ਉਹ ਦਿੱਲੀ ਪਾਸਿਓਂ ਆ ਰਹੀ ਹੈ ਹਰਸਿਮਰਤ ਕੌਰ, ਉਹਨੇ ਉੱਥੇ ਸਾਡੇ ਨਾਲ ਟਰੈਕਟਰ ਤੇ ਮਿਲਣਾ ਹੈ, ਅਸੀਂ ਇੱਧਰੋਂ ਘੇਰਨਾ ਹੈ। ਵੀ ਕਿਉਂਕਿ ਉਸ ਸਮੇਂ ਉਹ ਕੈਬਨਿਟ ਮਿਨਿਸਟਰੀ ਸੀ, ਹਲੇ ਦਿੱਤਾ ਨਹੀਂ ਸੀਗਾ, ਉਹ ਨਵਾਂ ਚੱਲਦਾ ਸੀ ਵੀ ਦੇ ਦੇਣਾ ਆ, ਫਲਾਨਾ ਕਰ ਦੇਣਾ ਆ, ਰੈਜ਼ਿਗਨੇਸ਼ਨ, ਉਦੋਂ ਗੱਲਾਂ ਆ। ਉਹ ਟਰੈਕਟਰ ਰੈਲੀ ਦਾ ਵੀ ਉਸ ਟਰੈਕਟਰ ਰੈਲੀ ਨੇ ਕੁਛ ਨਹੀਂ ਸਵਾਰਿਆ। ਹੁਣ ਇਹ ਦੂਜੀ ਕਰਨ ਲੱਗਿਆ। ਹੁਣ ਮੈਨੂੰ ਲੱਗਦਾ ਇਸ ਵਾਰ ਪਤਾ ਨਹੀਂ ਕਿ ਐਕਚੁਅਲ ਜਿਹੜੇ ਸੀਟਾਂ ਹੁੰਦੀਆਂ ਉਹਨਾਂ ਤੇ ਬਹਿ ਕੇ ਕਰਨਗੇ ਜਾਂ ਫਿਰ ਉਹ ਸੋਫਿਆਂ ਵਾਲੇ ਤੇ ਬੈਠ ਕੇ ਕਰਨਗੇ। ਖੈਰਾ ਸਾਹਿਬ ਕਹਿੰਦੇ ਨੇ ਕਿ ਐਦਾਂ ਕਰੋ ਬਈ, ਰੱਜ ਕੇ ਛੋਲੇ ਭਟੂਰੇ ਖਾ ਲਓ, ਫਿਰ ਆਪਾਂ ਭੁੱਖ ਹੜਤਾਲ ਤੇ ਬਹਿਣਾ। ਉਹੀ ਸਿਸਟਮ ਹੈ ਇਹ ਵੀ, ਵਾਕਈ ਠੀਕ ਹੈ ਨਾ। ਉਹਨੇ ਡਨਲਪ ਦੇ ਗੱਦਿਆਂ ਤੇ ਬਹਿ ਕੇ ਇਹਨਾਂ ਨੇ ਰੈਲੀ ਕਰਨੀ ਹੈ, ਆਮ ਟਰੈਕਟਰਾਂ ਤੇ ਬਹਿ ਕੇ ਕਰਨੀ ਹੈ, ਤਾਂ ਟਾਈਮ ਦੱਸੂਗਾ। ਪਰ ਇਹ ਕਰਨ ਦਾ ਮਕਸਦ ਕੀ ਹੈ, ਇਹ ਗੱਲ ਕਲੀਅਰ ਨਹੀਂ ਹੋ ਰਹੀ ਆਪਾਂ। ਦੇਖੋ, ਨਾ ਤੇ ਇਹਨਾਂ ਦੀ ਉਸ ਰੈਲੀ ਦਾ ਕੋਈ ਫਾਇਦਾ ਹੋਇਆ ਤੇ ਨਾ ਮੈਨੂੰ ਲੱਗਦਾ ਕਿ ਇਸ ਰੈਲੀ ਦਾ ਫਾਇਦਾ ਹੋਣਾ, ਕਿਉਂਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਨਾ ਸਾਂਝਾ ਗਰੁੱਪ ਬਣਾਇਆ ਸੀ, ਜਿਹਦੇ ਵਿੱਚ ਆਪਾਂ ਦੇਖਿਆ ਸੁਖਦੇਵ ਸਿੰਘ ਢੀਂਡਸਾ ਪਹੁੰਚੇ ਸੀਗੇ, ਸਿਮਰਜੀਤ ਮਾਨ ਵੀ ਸੀਗੇ। ਉੱਥੇ ਤੇ ਤੁਹਾਡੇ ਕੋਲੇ ਬੰਦੀ ਸਿੰਘਾਂ ਦੇ ਲਈ ਕੁਝ ਕਰ ਨਹੀਂ ਹੋਇਆ। ਉਦੋਂ ਤਾਂ ਉੱਥੇ ਤੁਸੀਂ ਲੜਦੇ ਫਿਰਦੇ ਆ, ਤੁਸੀਂ ਉੱਥੇ ਤੁਹਾਡੀ ਸਲਾਹ ਹੀ ਨਹੀਂ ਹੁੰਦੀ ਤੁਹਾਡੇ ਕੋਲੇ। ਚੋਣ ਵੀ ਹਾਰ ਗਏ ਨੇ ਇਸੇ ਮੁੱਦੇ ਦੇ ਉੱਤੇ, ਤੁਸੀਂ ਚੋਣ ਵੀ ਹਾਰੇ, ਜਿਮਨੀ ਚੋਣ ਸੰਗਰੂਰ ਦੀ। ਕਿਉਂਕਿ ਦਿਖਾਵਾ ਕਰਨਾ ਨਾ, ਪਾਜੀ ਦਾ ਪਾਜ ਕਿੰਨਾ ਚਿਰ ਰਹੂਗਾ। ਸਹੀ ਹੈ, ਇੱਕ ਦਿਨ ਤਾਂ ਪਾਜ ਖੁੱਲਣਾ ਹੀ ਖੁੱਲਣਾ ਨਾ। ਉਹ ਇਹਨਾਂ ਦੇ ਨਾਲ ਹੋ ਗਿਆ ਹੁਣ। ਕਿਉਂਕਿ ਦੇਖੋ, ਜੇ ਵਾਕਈ ਕੰਮ ਕਰਨਾ ਹੋਵੇ ਸੰਜੀਵ ਜੀ, ਤੇ ਉਹ ਬੜੀ ਸੰਜੀਦਾ ਇੱਕ ਆਪਾਂ ਕਹਿ ਲਈਏ ਕਿ ਪਲੇਟਫਾਰਮ ਸੀਗਾ, ਜਿੱਥੇ ਆਲ ਪਾਰਟੀਆਂ ਜਿਹੜੀਆਂ, ਆਲ ਸਿੱਖ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਸੀਗੀਆਂ। ਉਹਦੇ ਵਿੱਚ ਇਹਨਾਂ ਦੀ ਇੱਕ ਆਪਸ 'ਚ ਨਹੀਂ ਬਣਨ ਡਈ। ਉਹ ਕਹਿੰਦੇ ਸੁਖਬੀਰ ਬਾਦਲ ਨੂੰ ਬਾਹਰ ਕੱਢ ਦਿਓ, ਤੇ ਸੁਖਬੀਰ ਬਾਦਲ ਹੁਣ ਇੱਥੇ ਰਿਹਾਈ ਦੇ ਲਈ ਤੇ SYL ਗਾਣੇ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਆ। ਜੇ ਤੁਸੀਂ ਕਰਨਾ ਹੀ ਆ ਕੁਝ, ਤੇ ਫਿਰ ਇਕੱਠੇ ਹੋ ਕੇ ਕਰ ਲਓ। ਗੱਲ ਇਹ ਹੈ ਨਾ ਕਿ ਹੁਣ ਕੁਝ ਕਰਨ ਨੂੰ ਹੈ ਨਹੀਂ। ਮੈਂ ਉਹੀ ਕਹਿ ਰਿਹਾ, ਕੁਝ ਕਰਨ ਨੂੰ ਹੈ ਨਹੀਂ। ਦੀਵਾਲੀ ਮੁੱਕ ਗਈ ਆ, ਹੁਣ ਆਮ ਆਦਮੀ ਪਾਰਟੀ ਦੀ ਵਜ਼ਾਰਤ ਹੈ, 3 ਜਾਣੇ ਮਿਲੇ ਨੇ ਇਹਨਾਂ ਦੇ ਨਾਲ, ਇੱਕ ਜਿਹੜੀ ਐਸੋਸੀਏਸ਼ਨ ਹੋਈ ਸੀ, ਇੱਕ ਸੀਟ ਉਹਨਾਂ ਨੂੰ ਮਿਲੀ ਹੈ ਜੀ, ਤੇ ਬੈਠੇ ਹੋਏ ਨੇ। ਹੁਣ ਕੋਈ ਨਾ ਕੋਈ ਗੱਲ ਤੇ ਕਰਨੀ ਹੈ। ਤੁਸੀਂ ਦੇਖੋ, 2 ਵਾਰੀ ਚਾਂਸ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੂੰ, ਔਰ ਭਰਪੂਰ ਬਹੁਮਤ ਦੇ ਨਾਲ ਆਏ ਨੇ, 2 ਵਾਰੀ ਰਿਪੀਟ ਹੋਏ ਨੇ ਜੀ। ਔਰ ਇਹ 10 ਸਾਲਾਂ ਦੇ ਵਿੱਚ ਕੀ ਦਾ ਕੀ ਕਮਾਲ ਕਰ ਸਕਦੇ ਸੀ, ਔਰ ਅਜਿਹਾ ਕਮਾਲ ਕਰ ਸਕਦੇ ਸੀ ਕਿ ਕਦੀ ਜਾਣਾ ਹੀ ਨਹੀਂ ਸੀ ਇਹਨਾਂ ਨੇ। ਪਤਾ ਗੱਲ ਕੀ ਆ, ਤੁਸੀਂ ਦੇਖੋ, ਉਦੋਂ ਇਹਨਾਂ ਦੀ BJP ਦੇ ਨਾਲ ਭਾਈਵਾਲੀ ਸੀਗੀ, ਹਨਾ, ਮੋਢੇ ਨਾਲ ਮੋਢਾ ਖਹਿੰਦਾ ਸੀਗਾ। ਨਾ ਹੀ ਉਦੋਂ ਇਹਨਾਂ ਨੇ ਚੰਡੀਗੜ੍ਹ ਦਾ ਮੁੱਦਾ ਚੱਕਿਆ, ਨਾ ਹੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੱਕਿਆ, ਨਾ ਹੀ ਸਾਡੀ ਵਿਧਾਨ ਸਭਾ ਦਾ ਮੁੱਦਾ ਚੱਕਿਆ, ਤੇ ਨਾ ਹੀ ਪਾਣੀਆਂ ਦਾ, ਤੇ ਨਾ ਹੀ ਬੰਦੀ ਸਿੰਘਾਂ ਦਾ। ਫਿਰ ਹੁਣ ਤੁਸੀਂ ਕਹਿੰਦੇ ਆ ਜੀ, ਚਲੋ ਬਾਕੀ ਮੁੱਦੇ ਤਾਂ ਸਮਝਦੇ ਵੀ ਤੁਸੀਂ ਰਾਜਨੀਤੀ ਤੋਂ ਪਰਾਂ ਸੀਗੇ, ਬੰਦੀ ਸਿੰਘਾਂ ਦਾ ਮੁੱਦਾ ਤੁਹਾਡਾ ਹੋਣਾ ਚਾਹੀਦਾ ਸੀ। ਇਹ ਉਹ ਪਾਰਟੀ ਆ ਜਿਹੜੀ 100 ਸਾਲਾਂ ਤੋਂ ਇਹ ਪਾਰਟੀ ਦਾ ਧਰ ਤੇ ਪਾਰਟੀ ਦੇ ਜਿਹੜੀ ਇੱਕ ਕਹਿ ਲਈਏ ਕਿ ਨਿਕਲਣਾ ਪਾਰਟੀ ਦਾ ਸਿੱਖ ਹਕੂਕਾਂ ਦੇ ਲਈ ਲੜਾਈ ਦੇ ਲਈ ਇਹ ਪਾਰਟੀ ਬਣਾਈ ਗਈ ਸੀਗੀ। ਸੋ ਇਹ ਮੈਨੂੰ ਲੱਗਦਾ ਕਿ ਹੌਲੀ ਹੌਲੀ ਕਾਰਪੋਰੇਟ ਪਾਰਟੀ ਹੋ ਗਈ, ਆਪਣਾ ਵਜੂਦ ਭੁੱਲ ਗਈ, ਤੇ ਹੁਣ ਲੋਕੀ ਇਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਏ ਨੇ। ਸਹੀ ਗੱਲ ਹੈ, ਉਹੀ ਮੈਂ ਗੱਲ ਕਰ ਰਿਹਾ ਕਿ ਜੇ ਉਹ 10 ਸਾਲ ਇਹਨਾਂ ਨੇ ਸਹੀ ਤਰੀਕੇ ਨਾਲ ਇਸਤੇਮਾਲ ਕੀਤੇ ਹੁੰਦੇ, ਕੁਝ ਨਾ ਕੁਝ ਅਜਿਹਾ ਤਾਂ ਕੀਤਾ ਨਾ ਕਿ ਲੋਕਾਂ ਦੇ ਮਨੋਂ ਲੱਥ ਗਏ ਨੇ, ਲੋਕਾਂ ਦੀ ਸੋਚ ਵਿੱਚੋਂ ਨਿਕਲ ਗਏ ਨੇ। ਸੋ ਹਾਲਾਂਕਿ ਇਹ ਪੰਜਾਬ ਦੀ ਖੇਤਰੀ ਪਾਰਟੀ ਆ, ਔਰ ਇਹੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ। ਹੁਣ ਇਹਨੇ ਆਪਣਾ ਹੀ ਆਪ ਹੀ ਬੁਰਾ ਹਾਲ ਕਰ ਲਿਆ, ਜਿੱਦਾਂ ਮਾਹਿਰ ਮੰਨਦੇ ਨੇ, ਔਰ ਪਬਲਿਕ ਨੇ ਰਿਜੈਕਟ ਕਰਕੇ ਘਰ ਬਿਠਾਤਾ। ਹੁਣ ਇਦਾਂ ਦੇ ਸ਼ਗੂਫੇ, ਇੱਕ ਨਾ ਸ਼ਬਦ ਹੈਗਾ, ਕਹਿੰਦਾ ਸ਼ੋਸ਼ਾ ਛੱਡ ਦਿੱਤਾ। ਕਹਿੰਦਾ ਸ਼ੋਸ਼ਾ ਤਾਂ ਛੱਡ ਦਿੱਤਾ, ਸ਼ੋਸ਼ੇ ਦੇ ਸਪੈਲਿੰਗ ਕੀ ਨੇ? ਕਹਿੰਦਾ PSHO PSHA। ਕਹਿੰਦਾ ਪੀ ਕੀ ਕਰਦਾ ਪਿਆ ਵਿੱਚ? ਕਹਿੰਦਾ ਇਹੀ ਤਾਂ ਸ਼ੋਸ਼ਾ ਹੈ। ਸੋ ਕੋਈ ਨਾ ਕੋਈ ਨੁਕਤਾ ਲੱਭ ਕੇ, ਕੋਈ ਨਾ ਕੋਈ ਘੁੰਡੀ ਲੱਭ ਕੇ ਸ਼ੋਸ਼ਾ ਛੱਡ ਦੇਣਾ। ਹੁਣ ਗੀਤਾਂ ਦੇ ਉੱਤੇ ਬਹਿਣਾ, ਚਲੋ ਜੀ ਫਿਰ ਟਰੈਕਟਰ ਰੈਲੀ ਕਰਦੇ। ਉਹੀ ਗੱਲ ਆ ਨਾ ਕਿ ਤੁਸੀਂ ਹੁਣ ਸਿੰਪਲੀ ਮੈਨੂੰ ਇਹ ਲੱਗਦਾ ਕਿ ਦੇਖੋ, ਇਹ ਉਹ ਉਹਨੇ ਸੰਜੀਦਾ ਮੁੱਦੇ ਨਹੀਂ ਹੈਗੇ ਜਿਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਗੱਲ ਕਰਨੀ ਆ। ਬਿਲਕੁਲ, ਤੁਸੀਂ ਇੱਕ ਪਲੇਟਫਾਰਮ ਬਣਾਇਆ ਸੀਗਾ, ਉਹਦੇ ਉੱਤੇ ਤੁਸੀਂ ਗੱਲ ਨਹੀਂ ਕੀਤੀ, ਉਹਦੇ ਉੱਤੇ ਤੁਸੀਂ ਕਹਿੰਦੇ ਸਾਡੀ ਬਣਦੀ ਨਹੀਂ ਹੈਗੀ। ਜੇ ਤੁਹਾਡੀ ਆਪਸ 'ਚ ਨਹੀਂ ਬਣਦੀ, ਤੁਸੀਂ ਸਾਨੂੰ ਕੀ ਦਿਓਗੇ? ਹੁਣ ਆਪਾਂ ਉਹਨੇ ਕਿ ਬਸ ਉਹੀ ਪਾਰਟੀ ਕਹਿੰਦੇ ਹੁੰਦੇ ਨਾ ਕਿ ਫੜਫੜਾਉਣਾ ਜ਼ਰੂਰ ਹੈ, ਅਸੀਂ ਬਣੇ ਰਹਿਣਾ ਤਾਂ ਜੋ ਲੋਕਾਂ ਦੇ ਮਨਾਂ ਤੋਂ ਨਾ ਲਾ ਦਈਏ। 10 ਸਾਲ ਬਹੁਤ ਸਮਾਂ ਹੁੰਦਾ ਹੈ, ਬਹੁਤ 15 ਸਾਲ ਪੈ ਜਾਣ ਤੇ ਲੋਕਾਂ ਨੇ ਭੁੱਲ ਜਾਣਾ ਸੁਖਬੀਰ ਬਾਦਲ ਹੋਣੀ ਹੈਗੇ ਸੀਗੇ। ਸਹੀ ਹੈ। ਸੋ ਇਸ ਕਰਕੇ ਪਾਰਟੀ ਦੇ ਵਿੱਚ ਬਣੇ ਰਹਿਣ ਦੇ ਲਈ, ਸਰਗਰਮ ਰਹਿਣ ਦੇ ਲਈ ਬਸ ਮਨ ਘੜਤ ਚੀਜ਼ਾਂ ਆ। ਬਿਲਕੁਲ ਮਨ ਘੜਤ ਚੀਜ਼ਾਂ ਨੇ। ਉਧਰ ਇੱਕ ਹੈਵੀ ਵੇਟ ਜਿਨ੍ਹਾਂ ਦੇ ਆਗੂ ਨੇ, ਮਜੀਠੀਆ ਸਾਹਿਬ, ਉਹ ਹਜੇ ਵੀ ਜੇਲ੍ਹ 'ਚ ਨੇ। ਇੱਕ ਉਹ ਵੀ ਧੱਬਾ ਲੱਗਾ ਹੋਇਆ ਕਿ ਪਤਾ ਨਹੀਂ ਉਹਦਾ ਰਿਜ਼ਲਟ ਕੀ ਹੋਣਾ ਹੈ, ਕਿਉਂਕਿ ਪਬਲਿਕ ਖਿਲਾਫ ਹੋਈ ਹੈ। ਇਸ ਗੱਲ ਨੂੰ ਵੀ ਸੋਚ ਕੇ, ਇਸ ਗੱਲ ਨੂੰ ਵੀ ਧਿਆਨ 'ਚ ਰੱਖ ਕੇ ਸੁਖਬੀਰ ਜੀ ਨੂੰ ਮੂਵ ਕਰਨਾ ਪੈਣਾ, ਪੂਰੀ ਸ਼੍ਰੋਮਣੀ ਅਕਾਲੀ ਦਲ ਨੂੰ ਮੂਵ ਕਰਨਾ ਪੈਣਾ। ਦੂਜਾ, ਇਹਨਾਂ ਨੂੰ ਇਹ ਵੀ ਲੱਗਾ ਹੋਇਆ ਕਿ ਕਿਤੇ ਸਾਡੇ ਹੱਥੋਂ SGPC ਨਾ ਨਿਕਲ ਜਾਵੇ। ਇਹ ਵੀ ਇਹਨਾਂ ਨੂੰ ਲੱਗਾ ਹੋਇਆ ਕਿਉਂਕਿ ਹੁਣ ਲੋਕਾਂ ਦੀਆਂ ਬਾਗੀ ਆਵਾਜ਼ਾਂ ਜਿਹੜੀਆਂ ਨੇ, ਬਾਗੀ ਸੁਰ ਨਿਕਲਣੇ ਬੰਦ ਹੋ ਗਿਆ। ਅੱਛਾ, ਮੈਂ ਇਹ ਸੁਣਿਆ ਸੀ ਕਿ ਕਹਿੰਦੇ ਜੀ ਜਦੋਂ ਵੱਡੇ ਬਾਦਲ ਹੁੰਦੇ ਸੀਗੇ ਤੇ ਜਦੋਂ ਉਹ ਬੜੇ ਕਲੈਕਟਿਵ ਤਰੀਕੇ ਨਾਲ ਰੱਖਦੇ ਸੀਗੇ, ਸੁਭਾਅ ਡਿਫਰੈਂਟ ਆ ਉਹਨਾਂ ਦਾ। ਹਾਂ, ਕਹਿੰਦੇ ਜੀ ਉਸ ਸਮੇਂ ਨਾ
ਤੇ ਫਿਰ ਮੈਂ ਇਦਾਂ ਕਿਸੇ ਜਰਨਲਿਸਟ ਨੂੰ ਪੁੱਛਿਆ, ਕਹਿੰਦੇ ਜੀ ਹਾਲਾਤ ਤੇ ਉਦੋਂ ਵੀ ਇਦਾਂ ਦੇ ਸੀ, ਸਿਰਫ ਹੱਲ ਇਹ ਸੀਗਾ ਕਿ ਉਹ ਕਿਸੇ ਨੂੰ ਬੋਲਣ ਹੀ ਨਹੀਂ ਸੀ ਦਿੰਦੇ, ਮਸਲੇ ਹੱਲ ਕਰਕੇ ਰੱਖਦੇ ਸੀਗੇ। ਕਹਿੰਦੇ ਸੁਖਬੀਰ ਬਾਦਲ ਸੇਮ ਉਹਨਾਂ ਦੀ ਉੱਤੇ ਚੱਲਣ ਡਿਆ, ਪਰ ਕਹਿੰਦੇ ਕਿ ਜਦੋਂ ਤੁਸੀਂ ਨਵਾਂ ਆਗੂ ਲਾਓ ਤੇ ਫਿਰ ਫੜਫੜਾਉਂਦੇ ਵੀ ਤਾਂ ਲੋਕੀ ਹੁੰਦੇ ਆ ਨਾ, ਕਹਿੰਦੇ ਸਿਰਫ ਉਹ ਹੋ ਰਿਹਾ, ਅਦਰਵਾਈਜ਼ ਸਾਈਕੀ ਦੋਨਾਂ ਦੀ ਸੇਮ ਆ। ਤੁਸੀਂ ਕੋਈ ਬਿਜ਼ਨਸ ਕਰਦੇ ਹੋ ਨਾ, ਫਾਦਰ ਸਾਹਿਬ ਨੇ ਬਿਜ਼ਨਸ ਐਸਟੈਬਲਿਸ਼ ਕੀਤਾ, ਅੱਗੋਂ ਪੁੱਤਰ ਨੂੰ ਦੇ ਦਿੱਤਾ, ਤੇ ਜਿਹੜੇ ਕੰਪਨੀ ਦੇ EMPLOYE ਹੋਣਗੇ ਨਾ, ਉਹ ਫਾਦਰ ਦਾ ਤੇ ਬੇਟੇ ਦਾ ਕੰਪੈਰੀਜ਼ਨ ਜ਼ਰੂਰ ਕਰਨਗੇ ਕਿ ਉਹ ਵਧੀਆ ਕਿ ਉਹ ਬੈਟਰ ਆ, ਉਹ ਵਧੀਆ ਕਿ ਉਹ ਬੈਟਰ ਆ। ਉਸੇ ਤਰ੍ਹਾਂ ਇਹ ਸਾਈਕੀ ਆ ਜੀ, ਹਮੇਸ਼ਾ ਪਿਓ ਦਾ ਤੇ ਪੁੱਤਰ ਦਾ ਕੰਪੈਰੀਜ਼ਨ ਕਰਨਗੇ ਲੋਕ। ਸੋ ਇਹ ਵੀ ਕੰਪੈਰੀਜ਼ਨ ਉੱਥੇ ਬਣਦਾ। ਸੋ ਇਹ ਤਾਂ ਗੱਲ ਵੱਖਰੀ ਗੱਲ ਹੈ ਕਿ ਕਿੱਥੇ ਖੜੇ ਨੇ ਸੁਖਬੀਰ ਜੀ ਤੇ ਕਿੱਥੇ ਖੜੇ ਨੇ ਵੱਡੇ ਬਾਦਲ ਸਾਹਿਬ, ਪਰ ਇਹ ਗੱਲ ਹੈ ਕਿ ਵੱਡੇ ਬਾਦਲ ਸਾਹਿਬ ਨੇ ਜੋ ਪਿੰਡੇ ਤੇ ਹੰਡਾਇਆ ਹੈ ਨਾ, ਉਹ ਚੀਜ਼ ਜੋ ਬੰਦੇ ਨੂੰ ਸਿਖਾ ਦਿੰਦੀ ਹੈ, ਸੁਖਬੀਰ ਜੀ 'ਚ ਉਹ ਚੀਜ਼ ਨਹੀਂ, ਉਹ ਮਾਈਨਸ ਹੈ, ਕਿਉਂਕਿ ਉਹਨਾਂ ਨੂੰ ਪਿੰਡੇ ਤੇ ਹੰਡਾਉਣ ਦਾ ਵਕਤ ਨਹੀਂ ਮਿਲਿਆ, ਉਹਨਾਂ ਨੂੰ ਸਭ ਕੁਝ ਕੀਤਾ ਕਰਾਇਆ। ਪਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਦੇਖੋ ਬਹੁਤ ਕੁਝ ਕੀਤਾ ਸੁਖਬੀਰ ਬਾਦਲ ਹੁਣਾਂ ਨੇ ਆਪਣੇ ਪਰਸਨਲ ਗਰੋਥ ਦੇ ਲਈ। ਤੁਸੀਂ ਦੇਖੋ ਮੁੰਡਾ ਹੋਵੇ ਤੇ ਮਤਲਬ ਇੰਨੀ ਵਾਰ CM ਰਹਿ ਚੁੱਕਾ ਕਿਸੇ ਸਟੇਟ ਦਾ, ਫਿਰ ਬੜੀ ਵਾਰੀ ਵਿਧਾਇਕ ਰਿਹਾ ਹੋਵੇ, ਅਗਲਾ ਤਾਂ ਐਂ ਹੀ ਸੋਨੇ ਦੇ ਚਮਚਾਂ 'ਚ ਖਾਂਦਾ, ਇਹ ਤਾਂ ਫਿਰ ਵੀ ਜਾਇਜ਼ ਜੱਜ ਲਾਉਣ ਡਿਆ, ਇੰਨਾ ਕਿ ਵਿਗੜਾ ਤਾਂ ਹੋਣਾ ਹੀ ਹੈ। ਅੱਛਾ ਚਲੋ ਫਿਲਹਾਲ ਅੱਗੇ ਚੱਲਦੇ ਹਾਂ ਆਪਾਂ ਅੱਗੇ। ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੈ, ਹੁਣ ਇਹ ਸਟੇਟਮੈਂਟਸ ਆ ਰਹੀਆਂ ਨੇ ਜੀ ਇਹ ਤਾਂ ਗੈਂਗ ਵਾਰਾਂ ਦੇ ਭੇਂਟ ਹੋ ਗਏ ਨੇ, ਗੈਂਗ ਵਾਰ ਸੀ ਆਪਸ ਦੇ ਵਿੱਚ, ਇਸ ਕਰਕੇ ਹੋਇਆ। ਹੁਣ ਮੁੱਦਾ ਇਹ ਹੈ ਕਿ ਜੇ ਗੈਂਗ ਵਾਰ ਹੈ ਔਰ ਗੈਂਗ ਵਾਰ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਤਾਂ ਫਿਰ ਜਿਹੜੀ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਹੈ, ਇਹ ਕਾਹਦੀ ਇਨਵੈਸਟੀਗੇਸ਼ਨ ਕਰਦੀ ਪਈ ਹੈ? ਸਾਰਾ ਦਿਨ ਇਹ ਜਿਹੜੀ ਨਵੀਂ ਇੱਕ ਐਨਾਲਿਸਿਸ ਹੈ ਟੀਮ, ਇਹ ਜਿਹੜੀਆਂ ਸਪੈਸ਼ਲ ਇਨਵੈਸਟੀਗੇਸ਼ਨ SITs ਆ ਉਹਨਾਂ ਦੇ ਵੱਲੋਂ ਐਨਾਲਿਸਿਸ ਹੈ। ਉਹ ਕਹਿੰਦੀਆਂ ਕਿ ਸਿੱਧੂ ਮੂਸੇਵਾਲਾ ਜਿਹੜਾ ਆ ਉਹ ਨਿੱਜੀ ਤੌਰ ਤੇ ਕਿਸੇ ਮਤਲਬ ਗੈਂਗਸਟਰ ਪਾਰਟੀ ਦੇ ਨਾਲ ਰਲਿਆ ਨਹੀਂ ਸੀ ਹੋਇਆ। ਇਹ ਗੱਲ ਸੀ ਕਿ ਉਹ ਕਿਤੇ ਨਾ ਕਿਤੇ ਉਹਦੇ ਗਾਣਿਆਂ ਦੇ ਵਿੱਚ ਬੰਬੀਹਾ ਗਰੁੱਪ ਜਿਹੜਾ ਸੀਗਾ ਉਹ ਬੋਲਦਾ ਸੀਗਾ। ਫਿਰ ਉਹ ਕਹਿੰਦੇ ਕਿ ਅਨਫੋਰਚੂਨੇਟਲੀ ਗੱਲ ਕੀ ਹੋ ਗਈ, ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਗਿਆ ਜੀ, ਜਿਹਨੇ ਬੰਬੀਹਾ ਗਰੁੱਪ ਜਿਹੜਾ ਕਹਿੰਦੇ ਜੀ ਉਹਨੇ ਕਰਾਇਆ। ਫਿਰ ਉਸ ਤੋਂ ਬਾਅਦ ਉਹ ਬਦਲਾ ਲੈਣਾ ਚਾਹੁੰਦੇ ਸੀਗੇ, ਬਦਲਾ ਲੈਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਕੀ ਕੀਤਾ, ਹੁਣ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ। ਉਹ ਇਹ ਵੀ ਕਹਿੰਦੇ ਨੇ ਕਿ ਲਾਰੈਂਸ ਬਿਸ਼ਨੋਈ ਗਰੁੱਪ ਹੈ ਜਿਹੜਾ, ਉਹਨਾਂ ਨੂੰ ਕਈ ਗੀਤ ਜਿਹੜੇ ਸਿੱਧੂ ਮੂਸੇਵਾਲਾ ਦੇ ਪਸੰਦ ਨਹੀਂ ਆਉਂਦੇ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਉਹ ਆਪਣੇ ਗੀਤਾਂ ਦੇ ਵਿੱਚ ਬੰਬੀਹਾ ਗਰੁੱਪ ਨੂੰ ਸਪੋਰਟ ਕਰਦੇ ਨੇ ਔਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਖਿਲਾਫ ਗੱਲ ਕਰਦੇ। ਜੀ, ਇਹ ਉਹਨਾਂ ਨੂੰ ਲੱਗਦਾ ਸੀ, ਔਰ ਇਹ ਵੀ ਆਪਸ ਦੇ ਵਿੱਚ ਇੱਕ ਟਸਲ ਹੋ ਸਕਦੀ ਹੈ, ਖਹਿਬਾਜ਼ੀ ਹੋ ਸਕਦੀ ਹੈ, ਜਿਹਦਾ ਰਿਜ਼ਲਟ ਆ। ਪਰ ਫਿਰ ਵੀ ਖੈਰਾ ਸਾਹਿਬ ਇਹ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਮਹੀਨੇ ਤੋਂ ਉੱਤੇ ਹੋ ਗਿਆ, 40 ਦਿਨ ਤੋਂ ਉੱਤੇ ਹੋ ਗਿਆ, ਤੁਸੀਂ ਕਾਹਦੀ ਇਨਵੈਸਟੀਗੇਸ਼ਨ ਕਰਦੇ ਪਏ ਹੋ? ਕਦੇ ਤੁਸੀਂ ਕਹਿੰਦੇ ਹੋ ਰਸ਼ੀਆ ਦੇ ਹਥਿਆਰ ਇਸਤੇਮਾਲ ਹੋਏ ਨੇ, ਕਦੇ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਹਥਿਆਰ ਆਏ ਸੀ, ਕਈ ਤੁਸੀਂ ਕਹਿੰਦੇ ਹੋ ਲੁਧਿਆਣੇ ਦਾ ਕੋਈ ਬੰਦਾ ਇਨਵੋਲਵ ਹੈਗਾ, ਕਦੇ ਲਾਰੈਂਸ ਬਿਸ਼ਨੋਈ ਨੂੰ ਤੁਸੀਂ ਰਿਮਾਂਡ ਤੇ ਲੈਂਦੇ ਪਏ ਹੋ, ਕਦੀ ਕਿਸੇ ਹੋਰ ਨੂੰ ਕਿਤੋਂ ਫੜ ਕੇ ਲਿਆਉਂਦੇ ਹੋ, ਉੱਥੇ ਸ਼ਾਰਪ ਸ਼ੂਟਰ ਵਿੱਚੋਂ ਗੱਲ ਤੁਸੀਂ ਆਹ ਕੱਢਦੇ ਪਏ ਹੋ। ਮਤਲਬ ਗੱਲ ਕਿੱਧਰ ਨੂੰ ਗਈ? ਔਰ ਉਧਰੋਂ ਸਿੱਧੂ ਮੂਸੇਵਾਲਾ ਦੇ ਜੋ ਪਿਤਾ ਜੀ ਨੇ, ਉਹਨਾਂ ਦੀਆਂ ਵੀ ਸਟੇਟਮੈਂਟਸ ਆ ਰਹੀਆਂ ਨੇ ਕਿ ਜਿੱਦਾਂ ਉਹਨਾਂ ਨੂੰ ਫੋਨ ਆਉਂਦੇ ਸੀ, ਧਮਕੀਆਂ ਦੀਆਂ ਗੱਲਾਂ ਹੁੰਦੀਆਂ ਸੀ। ਸੋ ਕੁੱਲ ਮਿਲਾ ਕੇ ਗੱਲ ਕਿੱਧਰ ਨੂੰ ਜਾਂਦੀ ਪਈ ਹੈ? ਇਹ ਕੇਸ ਨੂੰ ਕਿਤੇ ਨਿਬੇੜਨ ਲੱਗੇ ਨੇ ਕਿ ਨਖੇੜਨ ਲੱਗੇ ਨੇ, ਕੱਖ ਨਹੀਂ ਸਮਝ ਆ ਰਹੀ। ਦੇਖੋ ਗੱਲ ਤੇ ਇਹੀ ਹੈ ਨਾ ਕਿ ਕਿਆਸੇ ਲਾਏ ਜਾ ਰਹੇ ਆ, ਕਿਆਸੇ ਜਦੋਂ ਤੁਸੀਂ ਲਾਉਨੇ ਆ ਨਾ ਫਿਰ ਉਦੋਂ ਗੱਲ ਸਿਰੇ ਨਹੀਂ ਚੜ੍ਹਦੀ। ਫਿਲਹਾਲ ਆਪਾਂ ਤਾਂ ਕਿਹਾ ਵੀ ਸਾਡਾ ਪੂਰਾ ਤੰਤਰ ਤੇ ਲਾਰੈਂਸ ਬਿਸ਼ਨੋਈ ਨੂੰ ਕਾਬੂ ਕਰਨ 'ਚ, ਕਦੇ ਉਹਨੂੰ ਬੁਲਟ ਪ੍ਰੂਫ ਗੱਡੀ ਦੇ ਦਿੱਤੀ, ਕਦੀ ਉਹਦੇ ਲਈ ਫਲਾਣੇ ਥਾਂ ਤੋਂ ਉਹਦੇ ਲਈ ਸਿਕਿਉਰਿਟੀ ਲਾਤੀ, ਫਲਾਣੇ ਥਾਂ ਲਾਤੀ, ਹੈ ਨਾ। ਮਤਲਬ ਇੱਦਾਂ ਲੱਗਦਾ ਕਿ ਬੜਾ VIP ਬੰਦਾ ਹੈ। ਬੰਦ ਗੱਡੀ ਜਿਵੇਂ ਕੋਈ ਟੈਂਕ ਨਹੀਂ ਆਉਂਦਾ ਹੁੰਦਾ, ਉਹਦੇ 'ਚ ਉਹਨੂੰ ਲੈ ਕੇ ਆਉਣਾ। ਔਰ ਪਿੱਛੇ ਜੇ ਆਪਾਂ ਇਹ ਵੀ ਗੱਲ ਕੀਤੀ ਸੀ ਕਿ 1 ਘੰਟੇ ਵਾਸਤੇ ਉਹ ਕਾਫਿਲਾ ਰੋਕ ਕੇ ਰੱਖਿਆ ਕਿਉਂਕਿ ਉਹ ਸਿਕਿਉਰਿਟੀ ਪਰਪਸ ਵਾਸਤੇ। ਸੋ ਇਹ ਟੋਟਲ ਗੱਲਾਂ ਨਾ, ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੁੰਦਾ, ਜੋ ਸਾਡੇ ਮਾਹਿਰ ਸਾਰੇ ਮੰਨਦੇ ਨੇ, ਜੋ ਇਹਨਾਂ ਨਿਊਜ਼ ਨੂੰ ਫੋਲੋ ਕਰਦੇ ਨੇ, ਕਿ ਸ਼ਾਇਦ ਕੁਝ ਨਿਕਲਦਾ ਨਹੀਂ ਪਿਆ ਵਿੱਚੋਂ, ਕੁਝ ਵੀ ਨਿਕਲਣ ਨੂੰ ਬਾਹਰ, ਜਿਹਨੂੰ ਕਹਿੰਦੇ ਜ਼ਾਹਿਰ ਕਰਨ ਨੂੰ ਕੁਝ ਬਾਹਰ ਨਹੀਂ ਹੈਗਾ। ਇਸ ਕਰਕੇ ਕਦੀ ਕੋਈ ਕਹਾਣੀ ਤੇ ਕਦੀ ਕੋਈ ਕਹਾਣੀ, ਕਦੀ ਕਿੱਧਰ ਨੂੰ ਤੇ ਕਦੀ ਕਿੱਧਰ ਨੂੰ, ਸਮਝ ਕਿਸੇ ਨੂੰ ਕੁਝ ਵੀ ਨਹੀਂ ਆ ਰਿਹਾ ਹਜੇ। ਮੇਰਾ ਖਿਆਲ ਹੱਥ ਪੱਲੇ ਕੁਝ ਵੀ ਨਹੀਂ ਪਿਆ ਜਿੱਥੋਂ ਤੱਕ ਲੱਗਦਾ, ਕਿਉਂਕਿ ਰੋਜ਼ ਟਵਿਸਟ ਆਉਂਦਾ, ਰੋਜ਼ ਨਵੀਂ ਗੱਲ ਆਉਂਦੀ ਆ। ਇਟ ਮੀਨਸ ਯੂ ਆਰ ਨਾਟ ਔਨ ਦਾ ਰਾਈਟ ਟਰੈਕ, ਇੱਦਾਂ ਲੱਗਦਾ ਪਿਆ। ਹੋ ਸਕਦਾ ਕਿ ਕੋਈ ਗੱਲ ਨਿਕਲੇ ਵੀ ਵਿੱਚੋਂ ਜੀ। ਸੋ ਕਹਿ ਸਕਦੇ ਕਿ ਕੋਈ ਗੱਲ ਤਣ ਪੱਤਣ ਲੱਗ ਜਵੇ ਤੇ ਮਾਪਿਆਂ ਨੂੰ ਵੀ ਖੁਸ਼ੀ ਹੋਵੇ, ਲੋਕਾਂ ਨੂੰ ਵੀ ਖੁਸ਼ੀ ਹੋਵੇ, ਫੈਨ ਨੂੰ ਵੀ ਖੁਸ਼ੀ ਹੋਵੇ। ਫਰਦਰ ਇਹ ਹੈ ਨਾ, ਉਹ ਤਾਂ ਹੈ ਹੀ ਆ ਖੁਸ਼ੀ ਵਾਲੀ ਗੱਲ ਕਿ ਇੱਕ ਚੀਜ਼ ਸੋਲਵ ਹੋ ਗਈ, ਪਰ ਫਰਦਰ ਜਿਹੜੀ ਸਿਕਿਉਰਿਟੀ ਆ ਉਹਦੇ ਵਾਸਤੇ ਵੀ ਇੱਕ ਗਾਈਡਲਾਈਨ ਮਿਲੇਗੀ ਕਿਸ ਤਰ੍ਹਾਂ ਕਰਕੇ ਸਿਕਿਉਰਿਟੀ ਨੂੰ ਰੱਖਿਆ ਜਾਵੇ ਤਾਂ ਕਿ ਇਹ ਘਟਨਾ ਦੁਬਾਰਾ ਨਾ ਵਾਪਰੇ, ਇੱਦਾਂ ਦੀ ਕਿਸੇ ਨਾਲ ਦੁਬਾਰਾ ਨਾ ਹੋਵੇ। ਸੋ ਇਹ ਉਸ ਪੱਖੋਂ ਵੀ ਇੱਕ ਇੰਪੋਰਟੈਂਟ ਕੇਸ ਆ, ਉਹ ਇੱਕ ਕੇਸ ਸਟੱਡੀ ਬਣਦੀ ਹੈ ਇੱਕ ਪੂਰੀ, ਕਿ ਕਿੱਦਾਂ ਦੇ ਹਾਲਾਤ ਨੇ,
ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਔਰ ਗੈਂਗਸਟਰਸ ਕਿੱਦਾਂ ਕੰਮ ਕਰਦੇ ਨੇ ਔਰ ਉਸ ਤੋਂ ਇਲਾਵਾ ਜੋ ਸਾਡਾ ਸਾਰਾ ਪੋਲੀਟੀਕਲ ਸਿਸਟਮ ਹੈ, ਕਿਉਂਕਿ ਕਿਤੇ ਨਾ ਕਿਤੇ ਆਪਾਂ ਇਹ ਵੀ ਮੰਨਦੇ ਹਾਂ ਕਿ ਕਿਸੇ ਸ਼ਾਰਪ ਸ਼ੂਟਰ ਦੀ ਕਿਸੇ ਪੋਲੀਟੀਕਲ ਲੀਡਰ ਦੇ ਨਾਲ ਵੀ ਕਨੈਕਸ਼ਨ, ਉਹ ਵੀ ਕਿਤੇ ਨਾ ਕਿਤੇ ਗੱਲ ਸਾਹਮਣੇ ਆਉਂਦੀ ਆ। ਤਾਂ ਸਾਰਾ ਜਿਹੜਾ ਤੰਤਰ ਹੈ ਨਾ, ਇਹ ਜੰਤਰ ਮੰਤਰ ਕਿੱਦਾਂ ਕੰਮ ਕਰਦਾ, ਇਹ ਵੀ ਇਸ ਪੱਖੋਂ, ਇਸ ਪੁਆਇੰਟ ਆਫ ਵਿਊ ਨਾਲ ਵੀ ਇੱਕ ਇੰਪੋਰਟੈਂਟ ਕੇਸ ਆ। ਵਾਕਈ ਤੁਹਾਡੀ ਗੱਲ ਤਾਂ ਸਹੀ ਹੈ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਰਡਾਰ ਤੇ ਆਪਣੇ ਸਾਬਕਾ ਸੀਐਮ ਚੰਨੀ ਸਾਹਿਬ ਵੀ ਆ ਗਏ ਨੇ ਔਰ ਉਹਨਾਂ ਦੀ ਵੀ ਹੁਣ ਪਤਾ ਨਹੀਂ ਕਿਸ ਵੇਲੇ ਤਹਿਕੀਕਾਤ ਸ਼ੁਰੂ ਹੋ ਜਾਏਗੀ। ਦੇਖੋ, ਰਡਾਰ ਤੇ ਤੋਂ ਪਹਿਲਾਂ ਵੀ ਸੀਗੇ, ਕਿਉਂਕਿ ਪਿੱਛੇ ਜੇ ਫਿਰ ਉਹਨਾਂ ਤੋਂ ਪੁੱਛਦਾਛ ਕੀਤੀ ਗਈ ਆ। ਇਹ ਜਿਹੜਾ ਆ ਭੁਪਿੰਦਰ ਹਨੀ, ਇਹਨਾਂ ਦਾ ਜਿਹੜਾ ਸੀ ਭਾਣਜਾ, ਉਹਦੇ ਨਾਲ ਗੱਲਬਾਤ ਤੋਂ ਬਾਅਦ ਕਹਿੰਦੇ ਜੀ ਬੜੇ ਸਾਰੇ ਤੱਤ ਸ਼ਾਮਲ ਹੋਏ ਨੇ। ਪਰ ਹੁਣ ਕਹਿੰਦੇ ਜੀ ਕਿ ਜਿਹੜੀ ਲੇਟੈਸਟ ਜਾਣਕਾਰੀ ਹੈ, ਇੱਕ ਆਪਾਂ ਕੱਲ ਗੱਲ ਕੀਤੀ ਸੀ ਵੀ ਕਿੱਟ ਘੁਟਾਲਾ ਆ, ਉਹਦੇ ਵਿੱਚ ਜਿਹੜਾ ਆ ਉਹ ਵੀ ਨੋਮੀਨੀ ਕੀਤਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਘੁਟਾਲੇ ਜਿਹੜੇ ਕਿ 135 ਕਰੋੜ ਦੇ ਬਣਦੇ ਨੇ। 142 ਕਰੋੜ ਦੀ ਕਹਿੰਦੇ ਨੇ ਗ੍ਰਾਂਟ ਆਈ ਸੀ, ਜਿਸ ਚੋਂ 60% ਚੰਨੀ ਸਾਹਿਬ ਨੇ ਆਪਣੇ ਰੋਪੜ ਦੇ ਇਲਾਕੇ 'ਚ ਹੀ ਖਰਚ ਕੀਤਾ ਤੇ ਬਾਕੀ ਹੋਰ ਥਾਂ ਤੇ ਵੰਡਿਆ ਗਿਆ। ਪਰ ਉਹ ਕਿਤੇ ਉਹ ਹਿਸਾਬ ਕਿਤਾਬ ਨਹੀਂ ਮਿਲਦਾ ਪਿਆ ਕਿੱਥੇ ਕਿੱਥੇ ਖਰਚ ਹੋਇਆ। ਉਹਦੀ ਵੀ ਇਨਕੁਆਇਰੀ ਹੋਣੀ ਆ ਕਿ ਦੱਸੋ ਜੀ ਫਿਰ ਜਿਹੜਾ 60% 142 ਕਰੋੜ ਦਾ ਤੁਹਾਡੇ ਆਪਣੇ ਇਲਾਕੇ 'ਚ ਖਰਚਿਆ, ਹੁਣ ਉਹ ਗਿਆ ਤੇ ਗਿਆ ਕਿੱਥੇ? ਉਹ ਕਹਿੰਦੇ ਜੀ ਅਸੀਂ 3 ਸੀਟਾਂ ਤੇ ਵਟਿਆ ਵੀ ਰਿਕਾਰਡ ਸਾਡੇ ਕੋਲੇ ਹੈਗਾ। ਹਾਂਜੀ। ਹੁਣ ਇਹ ਗੱਲ ਹੈਗੀ ਆ ਕਿ ਤੁਸੀਂ ਸਾਬਕਾ ਸੀਐਮ ਨੂੰ ਕਰ ਰਹੇ ਹੋ, ਉਸ ਤੋਂ ਪਹਿਲਾਂ ਵਾਲੇ ਸੀਐਮ ਨੂੰ ਵੀ ਕਰ ਰਹੇ ਹੋ। ਇਹ ਤਾਂ ਅੱਜ ਆਪਾਂ ਪਹਿਲਾਂ ਖਬਰ ਹੋ ਰਹੀ ਸੀ ਵੀ ਰਸੂਖਦਾਰਾਂ ਨੂੰ ਹੱਥ ਤੇ ਪਾ ਲਿਆ। ਇਹ ਹੱਥ ਹੁਣ ਟਿਕਾਏ ਰੱਖਣਾ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਤੁਸੀਂ ਕਹਿੰਦੇ ਆ ਬਾਅਦ ਵਿੱਚ ਕਹਿੰਦੇ ਨਹੀਂ ਜੀ ਅਸੀਂ ਗਲਤ ਸੀਗੇ, ਅਸੀਂ ਮਾਫੀ ਮੰਗ ਲਈ, ਉੱਦਾਂ ਵਾਲਾ ਸਿਸਟਮ ਨਹੀਂ ਹੁਣ ਹੋਣਾ ਹੈਗਾ ਸੰਜੀਵ ਜੀ। ਜੇ ਉੱਦਾਂ ਵਾਲਾ ਹੋਇਆ ਤੇ ਇਹ ਬਹੁਤ ਹੀ ਘਾਤਕ ਹੋ ਜਾਣਾ ਪੰਜਾਬ ਦੇ ਲਈ। ਬਿਲਕੁਲ ਜੀ, ਹੋ ਜਾਣਾ ਔਰ ਬੜੀ ਸ਼ਰਮਿੰਦਗੀ ਵਾਲੀ ਗੱਲ ਹੋਣੀ ਹੈ। ਵੈਸੇ ਆਪਾਂ ਇਹ ਦੇਖਦੇ ਹੁੰਦੇ ਹਾਂ, ਕਹਿੰਦੇ ਨੇ ਕਿ ਜ਼ੁਬਾਨ ਤੋਂ ਨਿਕਲੀ ਗੱਲ ਤੇ ਕਮਾਨ ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ, ਪਰ ਇਹ ਕਮਾਲ ਕਰਕੇ ਦਿਖਾ ਦਿੰਦੇ ਨੇ, ਆਪਣੇ ਸ਼ਬਦ ਵਾਪਸ ਵੀ ਲੈ ਲੈਂਦੇ ਨੇ। ਵਾਕਈ ਇਹ ਪੋਲੀਟੀਕਲ ਪਾਰਟੀ ਵਾਲੇ ਕਹਿੰਦੇ ਜੀ ਮੈਂ ਆਪਣੇ ਸ਼ਬਦ ਵਾਪਸ ਪਤਾ ਨਹੀਂ ਕਿੱਦਾਂ ਵਾਪਸ ਪਤਾ ਨਹੀਂ ਕਿੱਦਾਂ ਵਾਪਸ ਲੈ ਲੈਂਦੇ, ਸਮਝ ਨਹੀਂ ਆਉਂਦੀ। ਕਿਉਂਕਿ ਸਾਡੇ ਤਾਂ ਲੋਕੀ ਕਹਿੰਦੇ ਵੀ ਜ਼ੁਬਾਨ ਜਿਹੜੀ ਇੱਕ ਵਾਰੀ ਚਲੇਗੀ ਤੇ ਉਹ ਮੁੜ ਕੇ ਮੁੜਨੀ, ਇਸ ਲਈ ਸੋਚ ਸਮਝ ਕੇ ਬੋਲਿਆ ਕਰੋ। ਨਹੀਂ, ਇਹਨਾਂ ਕੋਲ ਟੈਕਨੋਲੋਜੀ, ਐਡਵਾਂਸ ਟੈਕਨੋਲੋਜੀ ਆ, ਸ਼ਬਦ ਵੀ ਵਾਪਸ ਲੈ ਲੈਂਦੀ ਹੈ। ਖੈਰ, ਤੁਸੀਂ ਇਹ ਗੱਲ ਜਿਹੜੀ ਕੀਤੀ ਹੈ ਕਿ ਵਾਕਈ ਆਪਾਂ ਜੋ ਪਹਿਲਾਂ ਡਿਸਕਸ ਕੀਤਾ ਕਿ ਰਸੂਖਦਾਰ ਲੋਕਾਂ ਨੂੰ ਹੱਥ ਪਾਉਣਾ ਆਸਾਨ ਨਹੀਂ ਹੋਏਗਾ ਪੰਜਾਬ ਸਰਕਾਰ ਦੇ ਵਾਸਤੇ। ਮਾਨ ਸਾਹਿਬ ਨੇ ਹਾਲਾਂਕਿ ਇਹ ਮੁਹਿੰਮ ਵਿੱਢੀ ਹੋਈ ਆ, ਪਰ ਹੁਣ ਇੱਥੇ ਜਦੋਂ ਚੰਨੀ ਸਾਹਿਬ ਰਡਾਰ ਤੇ ਨੇ, ਇਹ ਵੀ ਤੇ ਰਸੂਖਦਾਰ ਨੇ ਨਾ। ਹੁਣ ਇਹਨਾਂ ਨੂੰ ਹੱਥ ਪਾਉਣਾ ਕਿੰਨਾ ਕੁ ਆਸਾਨ ਹੋ ਸਕਦਾ, ਕਿੰਨਾ ਕੁ ਮੁਸ਼ਕਲ ਹੋ ਸਕਦਾ, ਇਹ ਤਾਂ ਟਾਈਮ ਦੱਸੇਗਾ। ਗੱਲਾਂ ਤਾਂ ਜ਼ਰੂਰ ਹੋ ਰਹੀਆਂ ਨੇ, ਗੱਲਾਂ ਤੇ ਪਹਿਲਾਂ ਵੀ ਕਈ ਹੋਈਆਂ ਨੇ, ਪਰ ਉਹ ਕਿਤੇ ਨੇਪਰੇ ਨਹੀਂ ਚੜੀਆਂ, ਕਿਤੇ ਸਿਰੇ ਨਹੀਂ ਲੱਗੀਆਂ। ਹੁਣ ਇਸ ਵਾਰ ਕੀ ਹੋਣਾ, ਇਹ ਵੇਖਣ ਵਾਲੀ ਗੱਲ ਹੋਏਗੀ। ਇਹ ਵੀ ਨਾ ਹੋਵੇ ਕਿ ਮੈਂ ਵੀ ਸੀਐਮ ਤੇ ਉਹ ਵੀ ਸੀਐਮ, ਚਲੋ ਜੀ ਸੀਐਮ ਆਪਾਂ ਲਿਹਾਜ਼ ਕਰ ਲੈਂਦੇ ਇੱਕ ਦੂਜੇ ਦਾ, ਇਹ ਨਾ ਕਿਤੇ ਗੱਲ ਹੋ ਜਾਵੇ। ਪਰ ਆਈ ਥਿੰਕ ਕਿ ਜਿੱਦਾਂ ਇਹ ਲੱਗੇ ਹੋਏ ਨੇ ਸੀਐਮ ਸਾਹਿਬ, ਆਪਣੇ ਮਾਨ ਸਾਹਿਬ, ਸ਼ਾਇਦ ਕੁਝ ਨਾ ਕੁਝ ਐਕਸ਼ਨ ਲੈ ਹੀ ਲੈਣ। ਚਲੋ ਜੀ, ਉਦਮ ਅੱਗੇ ਲక్ష్ਮੀ ਮੀਂਹ ਤੇ ਪੱਖੇ ਅੱਗੇ ਪਾਉਣ, ਵਧੀਆ ਹੋ ਜਾਵੇ। ਅਸੀਂ ਤਾਂ ਇਹੀ ਗੱਲ ਕਰਦੇ ਹਾਂ। ਫਿਲਹਾਲ ਸਮਾਂ ਹੋ ਗਿਆ ਸਾਡੇ ਜਾਣ ਦਾ, ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪੰਜਾਬ ਮੇਰੀ ਯੂਐਸ ਟੀਵੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।